ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਹ ਹੈ, ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਚੀਨ ਤੇ ਭਾਰਤ ਦੀ ਜਿਹੜੀ ਸਰਹੱਦ ਤੇ ਕਸ਼ਮਕਸ਼ ਹੈ, ਉਹਦਾ ਕਾਰਨ, ਉਹਦੇ ਪ੍ਰਭਾਵ ਸਾਊਥ ਈਸਟ ਏਸ਼ੀਆ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ ਜਿਹੜੀ ਖਿੱਚੋਤਾਣ ਚੱਲ ਰਹੀ ਹੈ। ਪਿਛਲੇ 2 ਸਾਲ ਪਹਿਲਾਂ ਵੀ ਡੋਕਲਮ ਦੀ ਗੱਲ ਚੱਲੀ। ਸਾਊਥ ਚਾਈਨਾ ਸੀ ਦੇ ਵਿੱਚ ਗਤੀਵਿਧੀਆਂ ਚਾਈਨਾ ਦੀਆਂ ਦੇ ਨਾਲ ਦੇ ਦੇਸ਼ਾਂ ਦੀ ਪਰਵਾਹ ਨਾ ਕਰਨੀ, ਪੈਨਾਡੈਮਿਕਸ ਦੇ ਵਿੱਚ ਵੈਸਟਰਨ ਐਲਾਈਜ਼ ਵੱਲੋਂ ਉਹਦੇ ਵੱਲ ਜਿਹੜੀ ਕਸ਼ਮਕਸ਼, ਹਾਂਗਕਾਂਗ ਦੇ ਵਿੱਚ ਦਬਾਅ ਜਿਹੜਾ ਚਾਈਨਾ ਦਾ, ਤੇ ਉਹਦੀ ਸੋਵਰਨਿਟੀ ਆਲਮੋਸਟ ਹੁਣ ਜਿਹੜੀ ਉਹ ਗੜਬੜਾਈ ਹੈ, ਤੇ ਉਹਦੇ ਲਈ ਆਸਟ੍ਰੇਲੀਆ, ਇੰਗਲੈਂਡ, ਕੈਨੇਡਾ ਤੇ ਅਮਰੀਕਾ ਦਾ ਇੱਕ ਸਖਤ ਸਟੈਂਡ। ਸਪੈਸ਼ਲ ਜਿਹੜਾ ਇੱਕ ਅਮਰੀਕਾ ਨੇ ਸਟੇਟਸ ਦਿੱਤਾ ਹਾਂਗਕਾਂਗ ਨੂੰ, ਉਸ ਨੂੰ ਜਿਹੜਾ ਹਟਾਉਣ ਦੀ ਪੋਂਪੀਓ ਵੱਲੋਂ ਗੱਲ ਹੈ। ਚਾਈਨਾ ਦਾ ਦਬਾਅ 2047 ਤੱਕ ਕੀ ਹੋਏਗਾ ਬ੍ਰਿਟਿਸ਼ ਕਲੋਨੀ ਦੇ ਵਿੱਚ, ਹਾਂਗਕਾਂਗ ਦੇ ਲੋਕਾਂ ਦੀ ਤਰਜ਼ ਜ਼ਿੰਦਗੀ ਅਲੱਗ ਹੈ, ਇਸ ਦੀ ਗੱਲ। ਤੇ ਚੀਨ ਦੀ ਵੈਸਟਰਨ ਹੈਮਸਫੀਅਰ ਦੇ ਕੁਝ ਜਿਹੜੇ ਦੇਸ਼ ਨੇ ਉਹਨਾਂ ਨਾਲ ਜਿਹੜੀ ਗੜਬੜ ਹੋ ਰਹੀ ਹੈ ਉਹ ਕੀ ਹੈ। ਤੇ ਵਨ ਬੈਲਟ ਵਨ ਰੋਡ ਤੇ $1 ਟ੍ਰਿਲੀਅਨ ਦੀ ਇਨਵੈਸਟਮੈਂਟ, ਬਲੋਚਿਸਤਾਨ 'ਚ ਭਾਰਤ ਦੀ ਜਿਹੜੀ ਦਖਲ ਅੰਦਾਜ਼ੀ, ਗਵਾਦਰ ਏਅਰ ਜਿਹੜੀ ਪੋਰਟ ਹੈ ਉੱਥੇ ਤੱਕ ਆਉਂਦੀ ਸੜਕ, ਭਾਰਤ ਦੇ ਉੱਪਰ ਕਸ਼ਮੀਰ ਵਾਲੇ ਪਾਸੇ ਜਿਹੜੇ ਮੈਪ ਦੇ ਵਿੱਚ 2 ਉੱਪਰ ਨੂੰ ਵੱਧਵੇਂ ਹਿੱਸੇ ਦਿਖਾਏ ਨੇ, ਕੀ ਉਹ ਹਲੇ ਵੀ ਹਿੱਸੇ ਨੇ? ਉਸ ਖਿੱਤੇ ਦੇ ਵਿੱਚ ਮੁਸ਼ਕਲ ਹੈ। ਇਸ ਦੇ ਲਈ ਅੱਜ ਮੈਂ ਬੇਨਤੀ ਕੀਤੀ ਸਰਦਾਰ ਅਜੇਪਾਲ ਸਿੰਘ ਬਰਾੜ ਨੂੰ, ਜਿਨ੍ਹਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੰਜੀਨੀਅਰਿੰਗ ਕੀਤੀ ਤੇ ਉਹਦੇ ਬਾਅਦ MBA ਕੀਤੀ। ਉਹਨਾਂ ਨੇ ਫਿਰ ਸਿਟੀ ਬੈਂਕ ਵਰਗੀਆਂ ਤੇ ਜੀਰੋਕਸ ਵਰਗੀ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕੀਤਾ, ਫਿਰ ਆਪਣੀ ਇੰਡਸਟਰੀ ਲਾਈ। ਤੇ ਅਬਦਾਲੀ ਦੀ ਇੱਕ ਕਿਤਾਬ ਜਿਹੜੀ ਸਿੱਖ ਮਿਸਲਾਂ ਤੇ ਹੈ, ਉਹ ਉਹਨਾਂ ਨੇ ਜਿਹੜੀ ਲਿਖੀ ਹੈ, ਬੈਨ ਅਬਦਾਲੀਜ਼ ਪੈਲਨਕੀਨ ਟ੍ਰੈਂਬਲ, ਉਹ ਤੇ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਨੇ ਰਲ ਕੇ ਲਿਖੀ ਆ। ਉਸ ਦੇ ਬਾਰੇ ਗੱਲਬਾਤ ਹੋਏਗੀ। ਅਗਲੇ ਹਿੱਸੇ ਅਗਲੇ ਹਫ਼ਤੇ ਤੀਸਰੇ ਘੱਲੂਘਾਰੇ ਦੇ ਸੰਬੰਧ 'ਚ ਵੀ ਅਜੇਪਾਲ ਸਿੰਘ ਬਰਾੜ ਮੇਰੇ ਨਾਲ ਸ਼ਾਮਲ ਹੋਣਗੇ। ਬਹੁਤ ਮਾਣ ਹੈ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਪੜ੍ਹੇ ਹੋਏ ਨੇ ਤੇ ਉਹਨਾਂ ਦੀਆਂ YouTube ਤੇ ਸਿੱਖ ਸਿਆਸਤ ਤੇ ਬਹੁਤ ਵੀਡੀਓਜ਼ ਪਈਆਂ, ਉਹਨਾਂ ਦੇ ਲੇਖ ਬਹੁਤ ਨੇ। ਅਜੇਪਾਲ ਸਿੰਘ ਦੇ ਤੌਰ ਤੇ ਫੇਸਬੁੱਕ ਦੇ ਵਿੱਚ ਤੁਸੀਂ ਉਹਨਾਂ ਦੇ ਲੇਖ ਲਿਖ ਸਕਦੇ ਹੋ। ਜੀਓ ਪੋਲੀਟਿਕਸ ਦੇ ਬੜੇ ਐਕਸਪਰਟ ਨੇ, ਉਸ ਖਿੱਤੇ ਦੇ ਵਿੱਚ ਉਹ ਕੰਮ ਕਰਦੇ ਆ। ਬਰਾੜ ਸਾਹਿਬ, ਤੁਹਾਡਾ ਸਵਾਗਤ ਹੈ ਜੀ ਲੋਕ ਸਭਾ ਵਿੱਚ। ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਬਹੁਤ ਬਹੁਤ ਸਮਾਂ ਦੇਣ ਲਈ। ਰਾਤ ਦੇ 12 ਵਜੇ ਨੇ ਜੀ, ਤੁਸੀਂ ਜਾਗ ਰਹੇ ਹੋ, ਧੰਨਵਾਦ ਪਹਿਲਾਂ ਤਾਂ ਬਹੁਤ ਬਹੁਤ ਸ਼ੁਰੂ 'ਚ। ਤੇ ਸ਼ੁਰੂਆਤ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਪਿਛਲੇ 1 ਹਫ਼ਤੇ ਤੋਂ ਜਿਹੜੀ ਚੱਲ ਰਹੀ ਹੈ ਜੀ, ਚੀਨ ਤੇ ਭਾਰਤ ਦੀ ਕਸ਼ਮਕਸ਼, ਉਹਦੀ ਪਿੱਠ ਭੂਮੀ ਕੀ ਹੈ? ਇਹਨਾਂ ਦੋਨਾਂ ਦੇਸ਼ਾਂ ਦੇ ਡਿਸਪਿਊਟ ਜਿਹੜੇ, ਇੱਕ ਲੜਾਈ ਵੀ ਦੇਖ ਲਓ ਲੱਗੀ ਹੈ, ਤਿੱਬਤ ਦਾ ਏਰੀਆ ਜਾਂ ਦਲਾਈ ਲਾਮਾ ਦਾ ਭਾਰਤ 'ਚ ਸ਼ਰਨ ਲੈਣੀ, ਜਿੱਥੋਂ ਕਿ ਤੁਸੀਂ ਚਾਹੁੰਦੇ ਹੋ। 1950 ਦੇ ਵਿੱਚ ਆਪਣੇ ਦੇਸ਼ ਨੇ ਸਭ ਤੋਂ ਪਹਿਲਾਂ ਰਿਪਬਲਿਕ ਆਫ ਚਾਈਨਾ ਨੂੰ ਜਿਹੜੀ ਉਹ ਮਾਨਤਾ ਵੀ ਦਿੱਤੀ। ਪਿਛਲੇ ਇਹਨਾਂ 17 ਕੁ ਸਾਲਾਂ ਦੇ ਵਿੱਚ ਚੀਨ ਤੇ ਭਾਰਤ ਦਾ ਆਪਸ ਵਿੱਚ ਜਿਹੜੇ ਸੰਬੰਧ ਨੇ, ਉਹਨਾਂ ਤੇ ਜੇ ਇੱਕ ਪੰਛੀ ਝਾਤ ਪਾਉਣੀ ਹੋਵੇ ਜੀ, ਮੈਂ ਉੱਥੋਂ ਸ਼ੁਰੂ ਕਰਨਾ ਚਾਹੁੰਦਾ, ਸ਼ੁਰੂ 'ਚ ਪਲੀਜ਼। ਆਪਣਾ ਇਹ ਨਾ ਜੀ 1975 ਆਪਣਾ 1962 'ਚ ਆਪਾਂ ਚੀਨ ਨਾਲ ਇੱਕ ਜੰਗ ਲੜੀ ਸੀਗੀ, ਤੇ ਉਸ ਤੋਂ ਬਾਅਦ 1975 ਤੱਕ ਕਾਫੀ ਜਗ੍ਹਾ ਤੇ ਸਕਰਮਿਸ਼ਿਸ ਜਾਂ ਇੱਕ ਦੂਜੇ ਨਾਲ ਮੁੱਠਭੇੜਾਂ ਹੁੰਦੀਆਂ ਰਹੀਆਂ, ਛੋਟੀਆਂ ਛੋਟੀਆਂ। ਬਟ 1975 ਤੋਂ ਬਾਅਦ ਕਦੀ ਕਿਸੇ ਬਾਰਡਰ ਦੇ ਉੱਤੇ ਕੋਈ ਇੱਕ ਦੂਜੇ ਨਾਲ ਕੋਈ ਗੋਲੀਬਾਰੀ ਨਹੀਂ ਹੋਈ। ਤੇ ਇੱਕ ਵਾਰੀ ਥੋੜੀ ਬਹੁਤ ਆਪਣਾ ਐਸਕੇਲੇਸ਼ਨ ਹੋਈ ਸੀਗੀ, ਉਹ ਅਰੁਣਾਚਲ ਪ੍ਰਦੇਸ਼ ਦੇ ਇਲਾਕੇ ਦੇ ਵਿੱਚ ਹੋਈ ਸੀ, ਜਦੋਂ ਦੋ ਰਾਜੀਵ ਗਾਂਧੀ ਨੇ ਤੇ ਉਸ ਸਮੇਂ ਦੇ ਡੇਂਗ ਜ਼ਿਆਓਪਿੰਗ ਨੇ ਬੈਠ ਕੇ ਇੱਕ ਤਰੀਕਾ ਕੱਢ ਲਿਆ ਸੀ ਕਿ ਵੀ ਕਦੀ ਵੀ ਕੋਈ ਇਸ਼ੂ ਇਹ ਜਿਹਾ ਆਵੇ ਤਾਂ ਆਪਾਂ ਗੱਲਬਾਤ ਨਾਲ ਇਹਨੂੰ ਹੱਲ ਕਰਾਂਗੇ। ਪਰ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ 2013-14 ਤੋਂ ਬਾਅਦ ਇਹ ਜਿਹੜੇ ਇਹਨਾਂ ਨੂੰ ਫੇਸ ਆਫਸ ਕਹਿੰਦੇ ਆ, ਐਕਚੁਅਲੀ ਇੱਕ ਦੂਜੇ ਨਾਲ ਘਸੁੰਨ ਮੁੱਕੀ ਹੋ ਜਾਂਦੇ ਆ ਜਾਂ ਧੱਕਾ ਮੁੱਕੀ ਹੋ ਜਾਂਦੇ ਆ, ਇਹ ਵਧਣੇ ਸ਼ੁਰੂ ਹੋ ਗਏ ਆ।
ਤੇ 2017 ਚ ਜਿਵੇਂ ਤੁਸੀਂ ਗੱਲ ਕੀਤੀ ਸੀ ਡੋਕਲਾਹਾਮ ਚ ਹੋਇਆ ਸੀ, ਤੇ ਹੁਣ ਇਹ ਪਿੱਛੇ ਜੇ ਤਕਰੀਬਨ ਮਈ ਦੇ ਸ਼ੁਰੂ ਤੋਂ ਹੀ 2, 4, 5 ਥਾਵਾਂ ਤੇ ਹੋਇਆ। ਤੇ ਪਰ ਐਤਕੀ ਵਾਰ ਜਿਹੜੀ ਇਹਦੇ ਵਿੱਚ ਫਰਕ ਆਇਆ ਹੈ ਉਹ ਇੱਕ ਐਸੇ ਇਲਾਕੇ ਚ ਹੋ ਗਿਆ ਜਿੱਥੇ ਵਿਵਾਦ ਹੈ ਨਹੀਂ ਸੀ ਪਹਿਲਾਂ, ਜਾਂ ਇਹ ਨਹੀਂ ਕਹਿ ਸਕਦੇ ਵਿਵਾਦ ਹੈ ਨਹੀਂ ਸੀ, ਵਿਵਾਦ ਤਾਂ ਸਾਰੇ ਇਲਾਕੇ ਚ ਹੀ ਆ, ਪਰ ਉਹ ਇੰਨਾ ਵਿਵਾਦਿਤ ਨਹੀਂ ਸੀ ਜਿਵੇਂ ਬਾਕੀ ਇਲਾਕੇ ਵਿਵਾਦਿਤ ਆ। ਤੇ ਇਹਦੇ ਵਾਸਤੇ ਆਪਾਂ ਨੂੰ ਥੋੜਾ ਜਿਹਾ ਇਹਦੇ ਪਿਛੋਕੜ ਚ ਜਾਣਾ ਪਊਗਾ, ਆਪਾਂ ਨੂੰ ਸਮਝਣਾ ਪਊਗਾ ਕਿ ਕਿਹੜਾ ਇਲਾਕਾ ਹੈ ਜਾਂ ਕਿਹੜਾ ਇਲਾਕਾ ਵਿਵਾਦਿਤ ਹੈ ਜਾਂ ਕਿਹੜਾ ਇਲਾਕਾ ਇਹ ਬਾਰਡਰ ਹੈ ਕਿਵੇਂ। ਮਤਲਬ ਇਹ ਐਕਚੁਅਲੀ ਡਿਮਾਰਕੇਟਿਡ ਬਾਰਡਰ ਨਹੀਂ ਗਾ ਜੀ, ਇਹ ਆਪਣਾ ਇੱਕ ਲਾਈਨ ਆਫ ਐਕਚੁਅਲ ਕੰਟਰੋਲ ਕਹਿੰਦੇ ਕਿ ਜਿੱਥੇ ਜਿੱਥੇ ਫੌਜਾਂ ਦਾ ਕਬਜ਼ਾ ਉਹਨੂੰ ਅਸੀਂ ਬਾਰਡਰ ਗਿਣ ਲੈਂਦੇ ਹਾਂ। ਪਰ ਇਹ ਬਾਰਡਰ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਡਿਫਾਈਨਡ ਆ, ਉਹਨੂੰ ਰੈੱਡ ਕਲਿਫ ਲਾਈਨ ਨਾਲ ਮਤਲਬ ਕਿ ਇੱਕ ਪਿੰਡ ਇੱਕ ਰਕਬਾ ਡਿਫਾਈਨਡ ਆ ਵੀ ਕਿੱਥੇ ਕਿੱਥੇ ਪਾਕਿਸਤਾਨ ਆ ਕਿੱਥੇ ਭਾਰਤ ਆ, ਤੇ ਉਵੇਂ ਨਹੀਂ ਗਾ ਇਹ ਡਿਫਾਈਨਡ। ਇਹ ਕਬਜ਼ੇ ਦਾ ਬਾਰਡਰ, ਇਹਨੂੰ ਲਾਈਨ ਆਫ ਐਕਚੁਅਲ ਕੰਟਰੋਲ ਕਹਿੰਦੇ ਆ। ਤੇ ਇਹਦੇ ਮੋਟੇ ਤੌਰ ਤੇ 3 ਹਿੱਸੇ ਹੈਗੇ ਆ, ਇੱਕ ਪੱਛਮੀ ਹਿੱਸਾ, ਇੱਕ ਸੈਂਟਰਲ ਹਿੱਸਾ ਤੇ ਇੱਕ ਪੂਰਬੀ ਹਿੱਸਾ ਹੈ। ਪੱਛਮੀ ਹਿੱਸਾ ਜਿਹੜਾ ਪੂਰਬੀ ਹਿੱਸਾ ਹੈ ਉਹ ਅਰੁਣਾਚਲ ਪ੍ਰਦੇਸ਼ ਦਾ ਇਲਾਕਾ ਹੈ, ਜਿਹਨੂੰ ਚੀਨ ਆਪਦਾ ਪੂਰਬੀ ਤਿੱਬਤ ਕਹਿੰਦਾ ਹੈ। ਤੇ ਉਹ ਕਹਿੰਦਾ ਹੈ ਕਿ ਕਿਉਂਕਿ ਤਿੱਬਤ ਮੇਰਾ ਹਿੱਸਾ ਹੈ ਤੇ ਵੀ ਇਹ ਵੀ ਤਿੱਬਤ ਕਰਕੇ ਸਾਡਾ ਚੀਨੀ ਹਿੱਸਾ ਹੈਗਾ। ਭਾਰਤ ਉਸ ਹਿੱਸੇ ਨੂੰ ਅਰੁਣਾਚਲ ਪ੍ਰਦੇਸ਼ ਕਹਿੰਦਾ ਹੈ। ਤੇ ਉਹ ਉੱਥੇ ਇੱਕ ਲਾਈਨ ਹੈਗੀ ਆ ਜਿਹਨੂੰ ਮੈਕਮੋਹਨ ਲਾਈਨ ਅੰਗਰੇਜ਼ਾਂ ਨੇ ਵਾਹੀ ਸੀ, ਉਹਦੇ ਕਰਕੇ ਉਹਨੂੰ ਉਹਦਾ ਦੋਵਾਂ ਦੇ ਵਿਚਾਲੇ ਜਿਹੜੀ ਬਾਰਡਰ ਆ ਉਹਨੂੰ ਮੈਕਮੋਹਨ ਲਾਈਨ ਕਹਿੰਦੇ ਹੈਗੇ ਆ। ਪਰ ਉਹ ਵੀ ਕੰਟਰੋਲ ਜਿਹਦਾ ਜਿੱਥੇ ਹੈ ਉੱਥੇ ਹੀ ਹੈਗਾ, ਉਹ ਵੀ ਐਂ ਕੋਈ ਡਿਫਾਈਨਡ ਮੰਨੀ ਨਹੀਂ ਜਾਂਦੀ ਬਾਰਡਰ, ਇੱਕ ਦੂਜੇ ਨਾਲ ਮੰਨਦੇ ਨਹੀਂ ਗੇ। ਤੇ ਉਹ ਅਰੁਣਾਚਲ ਪ੍ਰਦੇਸ਼ ਨੂੰ ਚੀਨ ਆਪਦਾ ਹਿੱਸਾ ਕਹਿੰਦਾ, ਤੇ ਉੱਥੋਂ ਦਾ ਜੇ ਉਹਦਾ ਇੱਕ ਤਰੀਕਾ ਇਹ ਹੈ ਕਿ ਵੀ ਉਹ ਕਹਿੰਦੇ ਵੀ ਜੇ ਉੱਥੋਂ ਕੋਈ ਬੰਦਾ ਟਰੈਵਲ ਕਰੇ ਚੀਨ ਦਾ ਤਾਂ ਉਹਨੂੰ ਵੀਜ਼ਾ ਵੀ ਨਹੀਂ ਉਹ ਲਾਉਂਦੇ, ਇੱਕ ਪਰਚੀ ਤੇ ਉੱਤੇ ਸਾਈਨ ਕਰ ਦਿੰਦੇ ਆ ਤੇ ਉਹ ਚੀਨ ਜਾ ਸਕਦਾ, ਕਿਉਂਕਿ ਉਹ ਕਹਿੰਦੇ ਵੀ ਸਾਡੇ ਦੇਸ਼ 'ਚ ਸਾਡਾ ਆਪਦਾ ਬੰਦਾ ਹੀ ਆ ਰਿਹਾ। ਤੇ ਦੂਜੇ ਪਾਸੇ ਪੱਛਮੀ ਪਾਸਾ ਹੈ, ਪੱਛਮੀ ਪਾਸਾ ਜਿਹੜਾ ਉੱਥੇ ਲੱਦਾਖ ਦਾ ਬਾਰਡਰ ਹੈ, ਜਿਹੜਾ ਇਹ ਡਿਫਾਈਨ ਕੀਤਾ ਸੀ ਇੱਕ ਸਰਕਾਰੇ ਖਾਲਸਾ ਦੀ ਟਰੀਟੀ ਹੋਈ ਸੀ ਚੀਨ ਦੇ ਨਾਲ, ਪਰ ਟਰੀਟੀ ਹੋਈ ਸੀ ਤਿੱਬਤ ਦੀ ਤੇ ਕਸ਼ਮੀਰ ਦੀ। ਪਰ ਇਹਨਾਂ ਦੇ ਗਰੰਟਰ ਜਿਹੜੇ ਸੀਗੇ ਜਾਂ ਮੇਨ ਸਰਕਾਰਾਂ ਜਿਹੜੀਆਂ ਸੀ ਸਰਕਾਰੇ ਖਾਲਸਾ ਤੇ ਕਸ਼ਮੀਰ ਦਾ ਖਾਨ ਕਹਿ ਲਓ, ਉਸ ਸਮੇਂ ਦੀ ਟਰੀਟੀ ਸੀ ਜਿਹੜੀ ਇਹਨੂੰ ਇਸ ਬਾਰਡਰ ਨੂੰ ਮੋਟੇ ਤੌਰ ਤੇ ਡਿਫਾਈਨ ਕਰਦੀ ਆ। ਤੇ ਅੱਛਾ ਇਹ ਜਿਹੜਾ ਮਸਲਾ ਇਸ ਟਾਈਮ ਇਸ ਬਾਰਡਰ ਦੇ ਉੱਤੇ ਖੁੱਲਿਆ ਹੈਗਾ ਤੇ ਇਸ ਦੇ ਉੱਤੇ ਆਪਣਾ ਝਗੜਾ ਹੈਗਾ ਜਾਂ ਵਿਵਾਦ ਖੜਾ ਹੋਇਆ ਹੈ। ਅੱਛਾ ਬਰਾੜ ਸਾਹਿਬ, ਹੁਣ ਇਹ 'ਚ ਸਰਕਾਰੇ ਖਾਲਸਾ ਦੇ ਇਸ ਏਰੀਏ ਦੀ ਜਿਹੜੀ ਸੰਧੀ ਦੀ ਤੁਸੀਂ ਗੱਲ ਕੀਤੀ ਹੈ, ਇਹ ਕਿਤੇ ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਆਪਣੀ ਕੌਮ 'ਚ ਚੱਲਦੀਆਂ ਨੇ ਜਿਹਦੀ ਗੱਲ ਚੱਲਦੀ ਆ ਪਰ ਉਹ ਕਿਤੇ ਲਿਖਤ ਨਹੀਂ ਸਾਨੂੰ ਲੱਭਦੀ। ਤੁਹਾਡੀ ਬਹੁਤ ਡੂੰਘੀ ਪਕੜ ਹੈ। ਇਹ ਗੱਲ ਬਿਲਕੁਲ ਹੋਈ ਹੈ ਕਿ ਚੀਨ ਇਸ ਖਿੱਤੇ ਦੇ ਵਿੱਚ ਜਦ ਭਾਰਤ ਉੱਥੇ ਆਪਣੀ ਜ਼ਮੀਨ ਦੀ ਗੱਲ ਕਰਦਾ ਤਾਂ ਚੀਨ ਇਹ ਕਿਤੇ ਕਹਿੰਦਾ ਵੀ ਤੁਹਾਡੀ ਤਾਂ ਜਗ੍ਹਾ ਹੈ ਨਹੀਂ ਸੀ ਤਾਂ ਸਰਕਾਰੇ ਖਾਲਸਾ ਦੀ ਸਾਡੇ ਨਾਲ ਸੰਧੀ ਹੈ। ਇਹ ਕਿਤੇ ਲਿਖਤੀ ਹੋਇਆ ਕੁਛ ਅਜਿਹਾ? ਇਹ ਸੰਧੀ ਹੋਈ ਸੀ ਜੀ, ਸੰਧੀ ਦੀਆਂ ਟਰਾਂਸਲੇਸ਼ਨ ਦੀਆਂ ਸੰਧੀ ਦੀਆਂ ਆਧਾਰ ਰੂਪਰੇਖਾ ਅੰਗਰੇਜ਼ਾਂ ਨੇ ਉਹਨੂੰ ਡਾਕੂਮੈਂਟ ਵੀ ਕੀਤਾ ਸੀ ਤੇ ਭਾਰਤ ਨੇ ਵੀ ਜਦੋਂ ਨੈਗੋਸ਼ੀਏਟ ਕੀਤਾ, ਨਹਿਰੂ ਹਰਿਆਣੇ ਜਾਂ ਵਾਜਪਾਈ ਨੇ ਜਾ ਕੇ ਉਸ ਟਾਈਮ ਗੱਲ ਕੀਤੀ ਸੀ ਤਾਂ ਉਹ ਇਸ ਸੰਧੀ ਦਾ ਵੇਰਵਾ ਹੀ ਦਿੱਤਾ ਸੀਗਾ ਕਿ ਵੀ ਅਸੀਂ ਹੁਣ ਭਾਰਤ ਉਹਦਾ ਸਕਸੈਸਰ ਸਟੇਟ ਆ। ਤੇ ਵੈਸੇ ਚੀਨੀਆਂ ਨੇ ਕਿਤੇ ਲਿਖਿਆ ਤਾਂ ਨਹੀਂ ਆਇਆ, ਪਰ ਚੀਨੀਆਂ ਨੇ ਇਹ ਕਿਹਾ ਸੀ ਕਿ ਚੀਨੀਆਂ ਨੇ ਉਸ ਗੱਲ ਨੂੰ ਮੰਨਿਆ ਨਹੀਂ ਸੀਗਾ। ਉਹ ਕਹਿੰਦੇ ਸੀ ਵੀ ਜਿਹਦਾ ਸਾਡੇ ਨਾਲ ਸਮਝੌਤਾ ਹੋਇਆ ਸੀ ਅਸੀਂ ਉਹਦੇ ਨਾਲ ਹੀ ਗੱਲ ਕਰਾਂਗੇ, ਕਿਹਾ ਜਾਂਦਾ ਹੈ, ਪਰ ਇਹ ਕਿਤੇ ਲਿਖਣ ਦੇ ਵਿੱਚ ਹੈ ਨਹੀਂ। ਪਰ ਇਹ ਹੈ ਕਿ ਵੀ ਉਸ ਸੰਧੀ ਦਾ ਵੇਰਵਾ ਭਾਰਤ ਸਰਕਾਰ ਵੀ ਪਾਉਂਦੀ ਹੈਗੀ ਆ ਤੇ ਅੱਜ ਤੱਕ ਪਾਉਂਦੀ ਹੈਗੀ ਆ ਕਿ ਵੀ ਉਸ ਸੰਧੀ ਦੇ ਹਿਸਾਬ ਨਾਲ ਉਹ ਸੰਧੀ ਅਟਰਨਿਟੀ ਤੱਕ ਮਤਲਬ ਦੁਨੀਆ ਜਿੰਨੀ ਦੇਰ ਰਹੂਗੀ ਉਨੀ ਦੇਰ ਉਹਨਾਂ ਨੇ ਲਿਖਿਆ ਕਿ ਵੀ ਉਸ ਸਰਕਾਰੇ ਖਾਲਸਾ ਦੀ ਤੇ ਚੀਨ ਦੇ ਖਾਨਾ ਦੀ ਉਹ ਸੰਧੀ ਰਹੂਗੀ। ਠੀਕ ਹੈ। ਤੇ ਆਪਣਾ ਹੁਣ ਜਿਹੜਾ ਮਸਲਾ ਹੈਗਾ ਉਹ ਆ ਕਿ ਵੀ ਅਕਸਾਈ ਚਿੰਨ ਇੱਕ ਇਲਾਕਾ ਹੈਗਾ, ਅਕਸਾਈ ਚਿੰਨ ਭਾਰਤ ਇਹ ਕਹਿੰਦਾ ਇਹ ਲੱਦਾਖ ਦਾ ਹਿੱਸਾ ਹੈ ਤੇ ਚੀਨ ਇਹ ਕਹਿੰਦਾ ਹੈ ਕਿ ਵੀ ਇਹ ਚੀਨ ਦਾ ਹਿੱਸਾ ਹੈ। ਤਾਂ ਉਹ ਅਕਸਾਈ ਚਿੰਨ ਚੀਨ ਦੇ ਕਬਜ਼ੇ 'ਚ ਆ ਤੇ ਅਕਸਾਈ ਚਿੰਨ ਦੇ ਨਾਲ ਲੱਗਦਾ ਜਿਹੜਾ ਇਲਾਕਾ ਹੈ ਉੱਥੋਂ ਇੱਕ ਸੜਕ ਕੱਢ ਰਿਹਾ ਭਾਰਤ ਤੇ ਉਹ ਸੜਕ ਦੇ ਉੱਤੇ ਇਤਰਾਜ਼ ਆ ਚੀਨ ਨੂੰ।
ਤੇ ਚੀਨ ਹੁਣ ਉੱਤੇ ਗਵਾਲਾਨ ਇੱਕ ਦਰਿਆ ਹੈ, ਗਵਾਲਾਨ ਦੇ ਉੱਤੇ ਇੱਕ ਪੁਲ ਬਣ ਰਿਹਾ ਸੀਗਾ 60 ਫੁੱਟ ਚੌੜਾ, ਉਹਨੂੰ ਉਹਨਾਂ ਨੇ ਰੁਕਵਾਤਾ ਆ ਕੇ, ਉੱਥੇ ਫੌਜ ਲੈ ਆਏ ਆ ਆਪਦੀ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ। ਤੇ ਇਹ ਜਿਹੜਾ ਇਹ ਉੱਥੇ ਇੱਕ ਪੈਂਗੋਂਗ ਲੇਕ ਵੀ ਹੈਗਾ, ਪੈਂਗੋਂਗ ਸੋ ਦਾ ਮਤਲਬ ਲੇਕ ਆ, ਪੈਂਗੋਂਗ ਲੇਕ ਆ। ਜਿਨ੍ਹਾਂ ਨੇ ਫਿਲਮ ਦੇਖੀ ਹੋਊਗੀ 3 Idiots, ਉਹਦੇ ਵਿੱਚ ਦੇਖਿਆ ਹੋਊਗਾ ਇੱਕ ਤਲਾਬ ਦਿਖਾਇਆ ਹੈਗਾ ਕਿ ਉਹਦੇ ਵਿੱਚ ਉਸ ਫਿਲਮ 'ਚ ਉਹ ਤਲਾਬ, ਉਹ ਪੈਂਗੋਂਗ ਲੇਕ ਹੈਗਾ, ਉਹਦਾ 1/3 ਹਿੱਸੇ ਤੇ ਭਾਰਤ ਦਾ ਕਬਜ਼ਾ ਤੇ 2/3 ਹਿੱਸੇ ਤੇ ਚੀਨ ਦਾ ਕਬਜ਼ਾ ਹੈ। ਚੀਨ ਹੁਣ ਕਹਿੰਦਾ ਵੀ ਸਾਰਾ ਜਿਹੜਾ ਲੇਕ ਆ ਇਹ ਸਾਡਾ ਹੈ, ਮਤਲਬ ਚੀਨ ਦਾ ਕਬਜ਼ਾ ਇਹਦੇ ਤੇ ਕਰਦਾ। ਤੇ ਇਹ ਸੜਕ ਜਿਹੜੀ ਹੈਗੀ ਆ ਇਹ ਡੈਮ ਚੌਕ ਇੱਕ ਜਗ੍ਹਾ, ਉੱਥੋਂ ਉਹ ਗਵਾਲਾਨ ਪੱਟੀ ਦਰਿਆ ਦੇ ਨਾਲ ਜਾਂ ਦਰਿਆ ਪਾਰ ਕਰਦੀ ਹੋਈ ਇੱਕ ਏਅਰ ਸਟ੍ਰਿਪ ਹੈਗੀ ਆ ਦੌਲਤ ਬੇਗ ਓਲਡੀ। ਦੌਲਤ ਬੇਗ ਓਲਡੀ ਨਾਂ ਦੀ ਇੱਕ ਏਅਰ ਸਟ੍ਰਿਪ ਆ, ਉੱਥੇ ਤੱਕ ਇਹ ਸੜਕ 255 ਕਿਲੋਮੀਟਰ ਦੀ ਸੜਕ ਭਾਰਤ ਨਿਰਮਾਣ ਕਰ ਰਿਹਾ, ਇਹਦਾ ਬਣਾ ਰਿਹਾ ਤੇ ਉਹਦੇ ਉੱਤੇ ਉਹਨਾਂ ਨੂੰ ਇਤਰਾਜ਼ ਆ। ਉਹਨਾਂ ਨੇ ਇਤਰਾਜ਼ ਖੜਾ ਕੀਤਾ ਤੇ ਸੜਕ ਤਾਂ ਕਾਫੀ ਦੇਰ ਤੋਂ ਬਣ ਰਹੀ ਸੀ, ਪਰ ਇਤਰਾਜ਼ ਹੁਣ ਉਹਨਾਂ ਨੇ ਉਠਾਇਆ ਤੇ ਉੱਥੇ ਉਹਨਾਂ ਦੀ ਫੌਜ ਆਈ ਹੈ ਤੇ ਧੱਕਾ ਮੁੱਕੀ ਹੋਈ ਹੈ ਤੇ ਉਹ ਫੌਜ ਹਲੇ ਵੀ ਉੱਥੇ ਸਟੇਸ਼ਨ ਹੈਗੀ ਹੈ ਜੀ। ਅੱਛਾ ਬਰਾੜ ਸਾਹਿਬ, ਜੇ ਮੈਂ ਮੈਪ ਵੇਖਦਾ ਜਿਹੜਾ ਇਹ ਡਿਸਪਿਊਟਡ ਏਰੀਆ ਇਹਦੇ ਤੇ ਜਿਹੜਾ ਪਾਕਿਸਤਾਨੀ ਸਾਈਡ ਦਾ ਕਸ਼ਮੀਰ ਹੈ ਉਹ ਵੀ ਅਕਸਾਈ ਚਿੰਨ੍ਹ ਨਾਲ ਲੱਗਦਾ। ਗਲਵਾਨ ਵੈਲੀ ਆ ਜਿਹੜੀ ਪੈਂਚਨ ਟਸੋ ਜਿਹੜੀ ਤੁਸੀਂ ਕਹਿੰਦੇ ਹੋ, ਉਹ ਜਿਹੜੀ ਆਪਣੀ ਲੇਕ ਹੈ, ਡੈਮ ਚੌਕ, ਇਹ ਤਿੰਨੇ ਚਾਰੇ ਚੀਜ਼ਾਂ ਉਹਨਾਂ ਨੇ ਲਾਈਨ ਅਪ ਕੀਤੀਆਂ ਹੋਈਆਂ ਨੇ। ਸੋ ਕਿਤੇ ਨਾ ਕਿਤੇ ਅਕਸਾਈ ਚਿੰਨ੍ਹ ਦਾ ਏਰੀਆ ਜਿਹੜਾ ਉਹ ਆਪਣੇ ਜਿਹੜਾ ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਨਾਲ ਵੀ ਲੱਗਦਾ ਜੀ। ਜੀ ਜਿਹੜਾ ਜੰਮੂ ਐਂਡ ਕਸ਼ਮੀਰ ਹੈ ਨਾ ਜੀ, ਉਹਦੇ ਮੋਟੇ ਤੌਰ ਤੇ ਜਿਹੜੀ ਪੁਰਾਣਾ ਜਿਹੜਾ ਹਰੀ ਸਿੰਘ ਨੇ ਜਾਂ ਖਾਲਸਾ ਰਾਜ ਤੋਂ ਸਮਝ ਲਓ ਕਸ਼ਮੀਰ ਡੋਗਰਿਆਂ ਕੋਲੇ ਚਲਾ ਗਿਆ, ਉਹਦੇ ਮੋਟੇ ਤੌਰ ਤੇ ਤੁਸੀਂ 4 ਹਿੱਸੇ ਗਿਣ ਸਕਦੇ ਹੋ ਜੀ। ਇੱਕ ਹਿੱਸਾ ਤਾਂ ਉਹਦਾ ਜੰਮੂ ਦਾ ਹੋ ਗਿਆ, ਇੱਕ ਉਹਦਾ ਕਸ਼ਮੀਰ ਦੀ ਜਿਹੜੀ ਵੈਲੀ ਆ ਉਹ ਹਿੱਸਾ ਜਿਹੜਾ ਸ਼੍ਰੀਨਗਰ ਤੇ ਕਸ਼ਮੀਰ ਦੀ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦਾ ਜਿਹਨੂੰ ਭਾਰਤ ਤੇ ਉਹ ਆਜ਼ਾਦ ਕਸ਼ਮੀਰ ਕਹਿੰਦੇ ਆ, ਤੇ ਇੱਕ ਹਿੱਸਾ ਉਹਦਾ ਹੈਗਾ ਲਦਾਖ ਤੇ ਚੌਥਾ ਹਿੱਸਾ ਉਹਦਾ ਗਿਲਗਿਟ ਬਾਲਟਿਸਤਾਨ ਦਾ। ਗਿਲਗਿਟ ਬਾਲਟਿਸਤਾਨ ਜਿਹੜਾ ਹੈਗਾ ਉਹ ਵੀ ਪਾਕਿਸਤਾਨ ਕੋਲ ਆ, ਉਹ ਉਸ ਇਲਾਕੇ ਦੇ ਨਾਲ ਲੱਗਦਾ ਹੈਗਾ। ਇਹ ਉਹ ਇਲਾਕਾ ਹੈ ਜਿਹਦੇ ਵਿੱਚ ਹੁਣ ਉਹ ਸੜਕ ਨਿਕਲ ਰਹੀ ਹੈ ਜਿਹਨੂੰ ਸੀ ਪੈਕ ਕਹਿੰਦੀ ਹੈ, ਜਿਹੜੀ ਉਧਰੋਂ ਕਸ਼ਮੀਰ ਚੀਨ ਨੂੰ ਗਵਾਦਰਪੁਰ ਨਾਲ ਕਨੈਕਟ ਕਰਦੀ ਹੈ। ਹਾਂਜੀ, ਇਹ ਇਲਾਕਾ ਇਹ ਜਿਹੜਾ ਤੁਸੀਂ ਕਾਮਨਲੀ ਨਾਂ ਸੁਣਦੇ ਹੋ ਸਿਆਚਿਨ, ਅਕਸਾਈ ਚਿੰਨ ਤੇ ਗਿਲਗਿਟ, ਇਹ 3 ਇਲਾਕੇ, ਮਤਲਬ ਸਿਆਚਿਨ ਤਾਂ ਛੋਟਾ ਜਿਹਾ ਪੁਆਇੰਟ ਆ ਉਹਦੇ ਵਿੱਚ, ਪਰ ਇਹ ਤਿੰਨਾਂ ਦੇਸ਼ ਇੱਥੇ ਇੱਕ ਦੂਜੇ ਨਾਲ ਐਕਚੁਅਲ ਪੋਜੈਸ਼ਨ ਹੈਗਾ। ਨਕਸ਼ੇ 'ਚ ਭਾਰਤ ਦੇ ਸ਼ੋਅ ਹੁੰਦੇ ਆ, ਪਰ ਇਹ ਉਤਲਾ ਜਿਵੇਂ ਤੁਸੀਂ ਗੱਲ ਕੀਤੀ ਆ, ਉਤਲਾ ਹਿੱਸਾ ਤੇ ਜਿਹੜਾ ਪੂਰਬ ਵਾਲਾ ਹਿੱਸਾ ਹੈ, ਇਹ ਪੂਰਬ ਵਾਲਾ ਅਕਸਾਈ ਚਿੰਨ ਚੀਨ ਦੇ ਕਬਜ਼ੇ 'ਚ ਆ, ਉਤਲਾ ਗਿਲਗਿਟ ਤੇ ਬਾਲਟਿਸਤਾਨ ਪਾਕਿਸਤਾਨ ਦੇ ਕਬਜ਼ੇ 'ਚ ਹੈ। ਮੈਨੂੰ ਆਜ਼ਾਦ ਕਸ਼ਮੀਰ ਵਾਲੇ ਪਾਸਿਓਂ ਇੱਕ ਪਾਕਿਸਤਾਨੀ ਦੋਸਤ ਨੇ ਇਹ ਵੀ ਦੱਸਿਆ ਵੀ ਜਿਹੜਾ ਭਾਰਤ ਨਕਸ਼ਾ ਦਿਖਾ ਰਿਹਾ, ਜਿਹੜੇ ਦੋਨੇ ਪਾਸਿਓਂ ਜਿਹੜਾ ਤੁਸੀਂ ਆਪਾਂ ਹੁਣ ਜਿਸ ਏਰੀਏ ਦੀ ਗੱਲ ਕਰ ਰਹੇ ਵੀ ਦੋਨੇ ਬੰਨੇ ਜਿਹੜੇ ਉਹ ਸਿਰਜੇ ਨਿਕਲਦੇ ਆ ਖੱਬੇ ਤੇ ਸੱਜੇ ਪਾਸੇ, ਹੁਣ ਐਕਚੁਅਲੀ ਹੈ ਨਹੀਂ ਉਹ। ਇਹ ਗੱਲ ਸਹੀ ਹੈ ਜੀ? ਜਿਸ ਤਰ੍ਹਾਂ ਨਕਸ਼ਾ ਜਿਹੜਾ ਪੁਰਾਣੀ ਦਿਖਾਇਆ ਜਾ ਰਿਹਾ ਪਰ ਉਹ ਚ ਫਰਕ ਹੈ। ਦੱਸਿਆ ਨਾ ਜਿਹੜਾ ਉਤਲਾ ਸਿਰ ਨਿਕਲਦਾ ਗਿਲਗਿਟ ਬਾਲਟਿਸਤਾਨ ਵਾਲਾ ਉਹ ਪਾਕਿਸਤਾਨ ਦੇ ਕਬਜ਼ੇ 'ਚ ਹੈ ਜੀ। ਜਿਹੜਾ ਸਾਈਡ ਤੇ ਆਪਾਂ ਦੇਖਦੇ ਹਾਂ ਜਿਹੜਾ ਪੂਰਬ ਵਾਲੇ ਪਾਸੇ ਨੂੰ ਚੀਨ ਵਾਲੇ ਪਾਸੇ ਨੂੰ ਸਿਰ ਨਿਕਲਦਾ ਉਹਨੂੰ ਅਕਸਾਈ ਚਿੰਨ ਕਹਿੰਦੇ, ਉਹ ਚੀਨ ਦੇ ਕਬਜ਼ੇ 'ਚ ਹੈ ਜੀ। ਤੇ ਉਸ ਜਿੱਥੋਂ ਤੱਕ ਚੀਨ ਦਾ ਕਬਜ਼ਾ ਉਹ ਤੋਂ ਅਗਲੇ ਹਿੱਸੇ ਦੇ ਵਿੱਚ ਹੀ ਲੜਾਈ ਹੈਗੀ ਹੈ ਜੀ। ਇਹ ਜਿਹੜੀ ਪ੍ਰੋਬਲਮ ਚੱਲ ਰਹੀ ਹੈਗੀ ਇਹ ਉਸ ਇਲਾਕੇ ਦੀ ਆ। ਅਕਸਾਈ ਚਿੰਨ ਚੀਨ ਵਾਸਤੇ ਬਹੁਤ ਹੀ ਜ਼ਰੂਰੀ ਆ ਕਿਉਂਕਿ ਉਹ ਤਿੱਬਤ ਨੂੰ ਸ਼ਿਨਜੀਆਂਗ ਪ੍ਰੋਵਿੰਸ ਨਾਲ ਕਨੈਕਟ ਕਰਨ ਵਾਸਤੇ ਜਿਹੜੀ 1958 'ਚ ਇੱਕ ਸੜਕ ਬਣੀ ਸੀ, ਇਹ ਉੱਥੋਂ ਕਨੈਕਟ ਕਰਦੀ ਹੈ ਜੀ ਉਹ। ਤੇ ਤਿੱਬਤ ਜਿਹੜਾ ਹੈ ਉਹ ਚੀਨ ਵਾਸਤੇ ਬਹੁਤ ਹੀ ਸਟ੍ਰੈਟੇਜਿਕਲੀ ਇੰਪੋਰਟੈਂਟ ਹੈਗਾ ਕਿਉਂਕਿ ਤਿੱਬਤ ਦੇ ਵਿੱਚ ਇੱਕ ਤਾਂ ਤਿੱਬਤ ਉਹਨਾਂ ਵਾਸਤੇ ਸਮਝ ਲਓ ਜਿਵੇਂ ਆਪਣੇ ਘਰ ਦੀ ਪਾਣੀ ਦੀ ਟੈਂਕੀ ਆ ਜਾਂ ਤਿੱਬਤ ਦੇ ਵਿੱਚੋਂ ਦਰਿਆ ਸਾਰੇ ਨਿਕਲਦੇ ਆ, ਮਤਲਬ ਸਾਰੇ ਏਸ਼ੀਆ ਦੇ ਦਰਿਆ ਵੱਡੇ ਸਮਝ ਲਓ ਤਿੱਬਤ ਚੋਂ ਨਿਕਲ ਜਾਏ, ਚਾਹੇ ਸਿੰਧ ਦਰਿਆ ਹੈ, ਚਾਹੇ ਬ੍ਰਹਮਪੁੱਤਰ ਹੈਗਾ, ਚਾਹੇ ਉਹ ਚੀਨ ਦੇ ਕਈ ਦਰਿਆ, ਕਈ ਈਵਨ ਥਾਈਲੈਂਡ ਦੇ ਇਰਾਵਦੀ ਵਰਗੇ ਦਰਿਆ ਵੀ ਉੱਥੋਂ ਆਪਦਾ ਉਹਨਾਂ ਦਾ ਸੋਰਸ ਹੈਗਾ। ਤੇ ਇੱਕ ਤਾਂ ਇਸ ਕਰਕੇ ਉਹ ਬਹੁਤ ਜ਼ਰੂਰੀ ਹੈ, ਉੱਥੋਂ ਪਾਣੀ ਚੀਨ ਨੂੰ ਪਾਣੀ ਮਿਲਦਾ ਚੀਨ ਦੇ ਜਿਹੜੇ ਇਲਾਕਿਆਂ ਨੂੰ। ਦੂਜਾ ਜਿਹੜਾ ਵੀ
ਕੋਈ ਤਾਕਤ ਤਿੱਬਤ ਤੇ ਕਬਜ਼ਾ ਕਰ ਲੂਗੀ, ਉਹ ਸਮਝ ਲਓ ਚੀਨ ਦੀ ਜਿਹੜਾ ਹਾਰਟਲੈਂਡ ਆ, ਜਿਹੜਾ ਉਹਨਾਂ ਮੇਨ ਜਿੱਥੇ ਉਹਨਾਂ ਦੀ ਆਬਾਦੀ ਆ, ਉਹਦੇ ਤੇ ਉਹਨੂੰ ਡਰ ਪੈਦਾ ਕਰ ਸਕਦੀ, ਉਹਦੇ ਤੇ ਉਹ ਮਤਲਬ ਉਹਦੇ ਤੇ ਪ੍ਰੈਸ਼ਰ ਡਿਵੈਲਪ ਕਰ ਸਕਦੀ ਆ। ਤਾਂ ਇਸ ਕਰਕੇ ਇਹ ਇਲਾਕਾ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਹੈ। ਬਰਾੜ ਸਾਹਿਬ, ਸੌਰੀ ਮੈਂ ਤੁਹਾਨੂੰ 10 ਮਿੰਟ ਦੀ ਆਪਣਾ 10 ਮਿੰਟ ਬਾਅਦ ਇੱਕ ਬ੍ਰੇਕ ਹੁੰਦੀ ਹੈ, ਪਰ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤਿੱਬਤ ਦੀ ਇੱਕ ਹਿਸਟਰੀ ਜੇ ਲੋਕਾਂ ਨੂੰ ਦੱਸੋ ਵੀ ਤਿੱਬਤ ਕਦੇ ਆਜ਼ਾਦ ਦੇਸ਼ ਰਿਹਾ ਜਾਂ ਤਿੱਬਤ ਸਦਾ ਹੀ ਚੀਨ ਦਾ ਹਿੱਸਾ ਰਿਹਾ? ਕਿਉਂਕਿ ਤਿੱਬਤ ਦੇ ਦਲਾਈ ਲਾਮੇ ਨੇ ਜਦ ਤੋਂ ਹਾਂਜੀ ਜੀ ਹਾਂ ਸਮੇਂ ਤੇ ਕਦੀ ਆਜ਼ਾਦ ਵੀ ਰਿਹਾ ਤੇ ਕਦੀ ਚੀਨ ਦਾ ਹਿੱਸਾ ਵੀ ਰਿਹਾ, ਕਦੀ ਉਹਦਾ ਸੁਜ਼ਰੈਨ ਵੀ ਰਿਹਾ ਤੇ ਕਦੀ ਤਿੱਬਤ ਨੇ ਵੀ ਉਹਨਾਂ ਤੇ ਰੱਖਿਆ ਹੈਗਾ। ਤੇ ਪਰ ਜ਼ਿਆਦਾਤਰ ਤਿੱਬਤ ਜਿਹੜਾ ਹੈ ਉਹਦੇ ਤੇ ਚੀਨ ਦਾ ਉਹ ਸੁਜ਼ਰੈਨਿਟੀ ਕਲੇਮ ਕਰਦਾ ਰਿਹਾ ਹੈ। ਮਤਲਬ ਜਿਹੜਾ ਪਿਛਲਾ ਪਾਸਟ ਹੈਗਾ ਉਹਦੇ ਵਿੱਚ ਤਿੱਬਤ, ਜਿਵੇਂ ਤਿੱਬਤ ਦਾ ਸਮਝੌਤਾ ਜੇ ਕਸ਼ਮੀਰ ਨਾਲ ਹੋਇਆ ਤਾਂ ਉਹਦੀ ਜਿਹੜੀ ਵੱਡੇ ਰਾਜ ਸੀਗੇ ਉਸ ਟਾਈਮ ਖਾਲਸਾ, ਇੱਧਰੋਂ ਸਰਕਾਰੀ ਖਾਲਸਾ ਸੀ, ਉਧਰੋਂ ਚੀਨ ਦਾ ਖਾਨ ਸੀ। ਤਾਂ ਇਹ ਮੋਟੇ ਹਾਂਜੀ ਤੇ ਇਹ ਹੈਗਾ ਜੀ। ਤੇ ਬਾਕੀ ਜੀ ਹਾਂਜੀ ਹਾਂ ਸੌਰੀ ਕੰਟੀਨਿਊ ਜੀ ਕੰਟੀਨਿਊ। ਇਹਦੇ ਵਾਸਤੇ ਜੋ ਹੁਣ ਪ੍ਰੋਬਲਮ ਆ ਰਹੀ ਹੈ ਨਾ ਜੀ, ਇਹਦੇ ਵਾਸਤੇ ਆਪਾਂ ਨੂੰ ਹੁਣ ਪਿੱਛੇ 2007 ਚ CIA ਨੇ ਕੁਝ ਪੇਪਰਸ ਡੀਕਲਾਸੀਫਾਈ ਕੀਤੇ ਸੀਗੇ ਜਿਹੜੇ ਚਾਓ ਐਨ ਲਾਈ ਦੀ ਸਟ੍ਰੈਟਜੀ ਸੀ ਜਾਂ ਉਹਦੀ ਰਣਨੀਤੀ ਸੀ ਉਹਦੇ ਬਾਰੇ। ਤਾਂ ਇਹ ਆਪਾਂ ਜੇ ਉੱਥੋਂ ਆਪਾਂ ਸਮਝੀਏ ਤਾਂ ਆਪਾਂ ਨੂੰ ਇਸ ਮਸਲੇ ਦੀ ਬਿਹਤਰ ਸਮਝ ਆ ਜਾਂਦੀ ਹੈ ਜੀ। 1959 ਦੇ ਵਿੱਚ ਚਾਓ ਐਨ ਲਾਈ ਨੇ ਕੋਸ਼ਿਸ਼ ਕੀਤੀ ਸੀਗੀ ਕਿ ਵੀ ਭਾਰਤ ਸਰਕਾਰ ਸਾਡਾ ਅਕਸਾਈਚਨ ਦੇ ਉੱਤੇ ਕੰਟਰੋਲ ਨੂੰ ਮੰਨ ਲੇ ਤੇ ਅਸੀਂ ਉਹਨਾਂ ਨੂੰ ਦੂਜੇ ਪਾਸੇ ਪੂਰਬੀ ਪਾਸੇ ਅਸੀਂ ਉਹਨਾਂ ਨੂੰ ਆਪਦੀ ਕੰਟਰੋਲ ਦੇ ਆਪਣਾ ਪੱਕਾ ਬਾਰਡਰ ਕਰ ਲਾਂਗੇ। ਪਰ ਉਦੋਂ ਭਾਰਤ ਸਰਕਾਰ ਦੇ ਵਿੱਚ ਨਹਿਰੂ ਹਰਿਆ ਨੇ ਇਹ ਗੱਲ ਨੂੰ ਨਹੀਂ ਮੰਨਿਆ ਤੇ ਇਹਨੂੰ ਡਿਸਪਿਊਟਡ ਇਲਾਕਾ ਰੱਖਿਆ, ਜਿਹਦਾ ਅੱਜ ਵੀ ਸਮਝ ਲਓ ਡਿਸਪਿਊਟ ਹੈਗਾ। ਤੇ ਉਸ ਟਾਈਮ ਦੀ ਤਾਕਤ ਰੂਸ, ਜਿਹੜੀ ਦੋਨਾਂ ਦੇਸ਼ਾਂ ਦੇ ਮਿੱਤਰ ਸੀਗੇ, ਖੁਰਸ਼ਚੇਵ, ਉਹਨੇ ਬਹੁਤ ਕੋਸ਼ਿਸ਼ ਕੀਤੀ ਸੀ ਪਰ ਇਹ ਸਿਰੇ ਨਹੀਂ ਚੜੀ ਗੱਲ ਜੀ। ਤੇ ਇਹ ਇਲਾਕਾ ਡਿਸਪਿਊਟ ਚ ਤਾਂ ਨਹੀਂ ਕਹਿੰਦੇ ਕਿਉਂਕਿ ਉਹਦਾ ਰੀਜ਼ਨ ਹੈ ਕਿ 1962 ਚ ਚੀਨ ਇਸ ਇਲਾਕੇ ਤੱਕ ਵਧਿਆ ਆਇਆ ਸੀ, ਪਰ ਚੀਨ ਫਿਰ ਵਾਪਸ ਚਲਾ ਗਿਆ ਆਪਦੇ ਅਕਸਾਈਚਨ ਤੱਕ ਹੀ ਉਹਨੇ ਕਬਜ਼ਾ ਰੱਖਿਆ। ਜਿੱਥੇ ਹੁਣ ਉਹ ਰੌਲਾ ਪਾ ਰਿਹਾ, ਜਿਹੜੀ ਜਗ੍ਹਾ ਦਾ ਉਹ ਝਗੜਾ ਕਰ ਰਿਹਾ, ਇਹ ਵੀ ਉਹਨੇ ਕਬਜ਼ਾ ਕਰ ਲਿਆ ਸੀ 1962 ਚ। ਇੱਕ ਵਪਾਰਕ ਸੰਦੇਸ਼ ਲੈ ਲਈਏ ਜੀ, ਉਸ ਤੋਂ ਬਾਅਦ 4 ਮਿੰਟ ਬਾਅਦ ਦੁਬਾਰਾ ਫੇਰ ਜੁੜਦੇ ਹਾਂ। ਸ਼ਾਹ ਅਜੇਪਾਲ ਸਿੰਘ ਬਰਾੜ ਮੇਰੇ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਤੇ ਚੀਨ ਦੀ ਜਿਹੜੀ ਕਸ਼ਮਕਸ਼ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਹੋ ਕੀ ਰਿਹਾ, ਚੀਨ ਕਿਤੋਂ ਡਾਇਵਰਟ ਕਰ ਰਿਹਾ, ਭਾਰਤ ਦੇ ਜਿਹੜੇ ਕੁਝ ਮਾਹਿਰ ਨੇ, ਜਿਹੜੇ ਡਿਫੈਂਸ ਐਨਾਲਿਸਟ ਨੇ, ਜਿਸ ਤਰ੍ਹਾਂ ਸ਼ਾਹ ਬਰਾੜ ਵੀ ਨੇ, ਉਹ ਵੀ ਇਹ ਕਹਿ ਰਹੇ ਨੇ ਕਿ ਵੀ ਚਾਈਨਾ ਜਿਹੜਾ ਹੈ ਉਹ ਬਾਰਡਰ ਨੂੰ ਪ੍ਰੋਬਲਮ ਇਹ ਜਿਹੜਾ ਇੰਡੀਆ ਦੇ ਨਾਲ ਜੋੜ ਕੇ ਰੱਖਣਾ ਚਾਹੁੰਦਾ ਕਿਤੇ ਨਾ ਕਿਤੇ, ਵੀ ਤਿੱਬਤ ਤੋਂ ਜਿਹੜਾ ਭਾਰਤ ਦਾ ਧਿਆਨ ਜਿਹੜਾ ਉਹ ਅਲੱਗ ਰਹੇ। ਜਦ ਦਲਾਈ ਲਾਮੇ ਨੂੰ ਮਕਲੋਟਗੰਜ ਦੇ ਵਿੱਚ ਲਿਆ ਕੇ ਰੱਖਿਆ ਧਰਮਸ਼ਾਲਾ ਤੋਂ ਉੱਪਰ, ਬੜੀ ਇਹ ਰੜਖਿਸ ਹੈ ਚੀਨ ਤੇ ਭਾਰਤ ਦੀ। ਤਿੱਬਤ ਜਿੱਥੇ ਸਰਕਾਰੇ ਖਾਲਸਾ ਜਨਰਲ ਜ਼ੋਰਾਵਰ ਸਿੰਘ, ਜਿੱਥੇ ਕੌਮ ਦੇ ਮਹਾਨ ਜਰਨੈਲ ਨੇ ਸ਼ਹੀਦੀ ਦਿੱਤੀ, ਉਹ ਤਿੱਬਤ ਦੇ ਵਿੱਚ ਦਿੱਤੀ ਸੀ। ਉਹਦੇ ਇਤਿਹਾਸ ਦੀ ਵੀ ਗੱਲ ਨਾਲ ਚੱਲਦੀ ਹੈ। ਵਾਪਸ ਹੋ ਰਹੇ ਸਾਂ ਅਜੇਪਾਲ ਸਿੰਘ ਬਰਾੜ ਨਾਲ ਗੱਲਬਾਤ ਕਰਾਂਗੇ ਵਪਾਰਕ ਸੰਦੇਸ਼ਾਂ ਤੋਂ ਬਾਅਦ। ਅਜੇਪਾਲ ਸਿੰਘ ਬਰਾੜ ਕਰ ਰਹੇ ਨੇ ਚੀਨ ਤੇ ਭਾਰਤ ਦੀ ਜਿਹੜੇ ਸੰਬੰਧ ਵਿਗੜਦੇ ਰਹਿੰਦੇ ਆ, ਬਣਦੇ ਰਹਿੰਦੇ ਆ, ਵਿਗੜਦੇ ਰਹਿੰਦੇ ਆ, ਬਣਦੇ ਰਹਿੰਦੇ ਆ। ਮੰਡੀ ਵੀ ਇੱਕ ਦੂਜੇ ਲਈ ਚੀਨ ਭਾਰਤ ਨੂੰ ਬਹੁਤ ਕੁਝ ਇੰਪੋਰਟ ਕਰਦਾ ਹੈ ਤੇ ਕਈ ਵਾਰ ਕੁਝ ਡਾਇਵਰਟ ਕਰਨ ਦਾ ਵੀ ਸਮਾਂ ਆ ਜਾਂਦਾ। ਇਹ ਵੀ ਇੱਕ ਹੋ ਸਕਦਾ, ਜਿਹੜੇ ਡਿਫੈਂਸ ਐਨਾਲਿਸਟ ਨੇ ਉਹ ਇਸ ਤਰ੍ਹਾਂ ਕਹਿ ਰਹੇ ਨੇ। ਬਰਾੜ ਸਾਹਿਬ, ਜਿਹੜਾ ਅਰੁਣਾਚਲ ਹੈ ਜੀ, ਅਰੁਣਾਚਲ ਦੇ ਵਿੱਚ ਅਰੁਣਾਚਲ ਨੂੰ ਤਾਂ ਚੀਨ ਭਾਰਤ ਦਾ ਹਿੱਸਾ ਹੀ ਨਹੀਂ ਮੰਨਦਾ ਜੀ। ਉੱਥੇ ਕੀ ਰੇੜਕ ਹੈ ਜੀ? ਉਹ ਇਹ ਜੀ ਉਹ ਤਿੱਬਤ ਦਾ, ਉਹਨੂੰ ਆਪਦਾ ਤਿੱਬਤ ਦਾ ਪੂਰਬੀ ਹਿੱਸਾ ਮੰਨਦਾ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਤਿੱਬਤ ਦਾ ਹਿੱਸਾ, ਤੇ ਕਿਉਂਕਿ ਤਿੱਬਤ ਚੀਨ ਦਾ ਹਿੱਸਾ ਹੈ ਤੇ ਇਹ ਅਰੁਣਾਚਲ ਵੀ ਤਿੱਬਤ ਦਾ ਚੀਨ ਦਾ ਹੀ ਹਿੱਸਾ ਗਿਣਿਆ ਜਾਣਾ ਚਾਹੀਦਾ। ਉੱਥੇ ਇੱਕ ਮੈਕਮੋਹਨ ਲਾਈਨ ਹੈ ਜਿਹੜੀ ਅੰਗਰੇਜ਼ਾਂ ਨੇ ਲਾਈ ਵੀ, ਅੰਗਰੇਜ਼ਾਂ ਨੇ ਬਾਰਡਰ ਕਿਹਾ ਸੀ, ਉਸ ਗੱਲ ਨੂੰ ਉਹ ਬਾਰਡਰ ਨਹੀਂ ਮੰਨਦਾ। ਚੀਨ ਉਸ ਗੱਲ ਦੀ ਉਹਦੀ ਤਸਦੀਕ ਨਹੀਂ ਕਰਦਾ ਉਸ ਬਾਰਡਰ ਦੀ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਹੁਣ ਜਿਹੜਾ ਮਸਲਾ ਹੁਣ ਉੱਠਿਆ, ਇਹ ਪੱਛਮੀ ਪਾਸੇ ਉੱਠਿਆ ਤੇ ਇਹ ਵੈਸੇ ਮਸਲਾ ਤਾਂ ਪੁਰਾਣਾ ਹੀ ਸੀ, ਪਰ ਹੁਣ ਉਠਾਉਣ ਦਾ ਕਾਰਨ ਜਿਹੜਾ ਹੈਗਾ ਉਹ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਹਾਂਗਕਾਂਗ ਵਾਲੇ ਟ੍ਰੇਡ ਵਾਰ ਤੇ ਕਰੋਨਾ, ਇਹ 3-4 ਚੀਜ਼ਾਂ ਕਰਕੇ
ਜਿਹੜਾ ਅਮਰੀਕਾ ਹੈ ਉਹ ਚੀਨ ਨੂੰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਦੇ ਦਬਾਅ ਵਧਾ ਰਿਹਾ ਹੈਗਾ। ਹਾਂਗਕਾਂਗ ਦਾ ਤਾਂ ਬਹੁਤ ਹੀ ਹੁਣ ਅੱਜ ਕੋਸ਼ਿਸ਼ ਕੀਤੀ ਗਈ ਹੈ ਕਿ ਵੀ ਇਹਨੂੰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਪੇਸ਼ ਕੀਤਾ ਜਾਵੇ ਇਹਦੇ ਮਤੇ ਨੂੰ। ਹਾਲਾਂਕਿ ਉਹ ਚੀਨ ਦਾ ਅੰਦਰੂਨੀ ਮਾਮਲਾ ਹੈ, ਰੂਸ ਨੇ ਕਿਹਾ ਅੰਦਰੂਨੀ ਮਾਮਲਾ ਹੈ, ਤੇ ਇਸ ਕਰਕੇ ਚੀਨ ਨੇ ਇਹ ਮਸਲੇ ਹੁਣ ਖੜੇ ਕਰਨੇ ਸ਼ੁਰੂ ਕੀਤੇ ਆ, ਉਹਦੀ ਅਸਰਟਿਵਨੈਸ ਸ਼ੋ ਕੀਤੀ ਹੈ, ਕੁਛ ਸਿਗਨਲ ਦਿੱਤਾ ਹੈ। ਆਸਟ੍ਰੇਲੀਆ ਦਾ ਜਿਵੇਂ ਟ੍ਰੇਡ ਬੈਰੀਅਰ ਵਧਾਏ ਆ ਉਹਨੇ ਕਿ ਵੀ ਆਸਟ੍ਰੇਲੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ। ਉਸੇ ਤਰੀਕਾ ਵਿਅਤਨਾਮ ਨੂੰ ਉਹਨੇ ਬੜੇ ਸਟਰੋਂਗ ਸਿਗਨਲਸ ਭੇਜੇ ਆ, ਤੇ ਭਾਰਤ ਨੂੰ ਵੀ ਉਹਨੇ ਇੱਕ ਤਰ੍ਹਾਂ ਆਪਣਾ ਭਾਰਤ ਨੂੰ ਦੱਸਿਆ ਹੈ ਕਿ ਵੀ ਜੇ ਤੁਸੀਂ ਸਾਡੇ ਨਾਲ ਸਹੀ ਨਹੀਂ ਚੱਲੋਗੇ ਤਾਂ ਅਸੀਂ ਤੁਹਾਡੇ ਇੱਥੇ ਵਨਰੇਬਲ ਪੁਆਇੰਟਸ ਦੇ ਵਿੱਚ ਐਕਸ਼ਨ ਕਰਾਂਗੇ ਕੋਈ ਨਾ ਕੋਈ। ਤੇ ਇਹ ਉਹਦੇ ਤੋਂ ਇਹ ਦਬਾਅ ਜਿਹੜਾ ਵੱਧ ਰਿਹਾ ਉਹਦਾ ਅਸਰ ਪੈ ਰਿਹਾ ਸਾਊਥ ਏਸ਼ੀਆ ਦੇ ਵਿੱਚ। ਅੱਛਾ ਜੀ, ਇਸ ਨੂੰ ਇਹਦੇ ਦੂਰ ਰਸੀ ਪ੍ਰਭਾਵ, ਅੱਛਾ ਇਹਦੇ ਨਾਲ ਹੀ ਪਿਛਲੇ ਦਿਨੀ ਤੁਹਾਡੀ ਮੈਂ ਇੰਟਰਵਿਊ ਸੁਣ ਰਿਹਾ ਸਾਂ, ਨੇਪਾਲ ਦੇ ਨਾਲ, ਨੇਪਾਲ ਦਾ ਛੋਟੇ ਭਾਈ ਵਾਂਗੂ ਰਿਹਾ ਭਾਰਤ ਦੇ, ਕਿਉਂਕਿ ਉਹ ਇਹਨਾਂ ਦੀ ਗੱਲ ਮੰਨਦੇ ਰਹੇ ਆ। ਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਵੀ ਪਿਛਲੇ ਦਿਨੀ ਕੁਛ ਡਿਸਪਿਊਟਡ ਲੈਂਡ ਦੀ ਗੱਲ ਕੀਤੀ ਆ, ਉਹ ਇਹਦੇ ਨਾਲ ਕਿਤੇ ਜੋੜ ਕੇ ਦੇਖ ਸਕਦੇ ਆ? ਆਏ ਹੈ ਜੀ, ਨੇਪਾਲ ਹੋਇਆ ਜਾਂ ਮਾਲਦੀਵ ਹੋਇਆ, ਇਹ ਭਾਰਤ ਦੇ ਨਾਲ ਬਹੁਤ ਅੱਛੇ ਇਹਨਾਂ ਦੇ ਸੰਬੰਧ ਹੁੰਦੇ ਸੀ। ਨੇਪਾਲ ਦਾ ਤਾਂ ਇੱਕ ਤਰ੍ਹਾਂ ਸਮਝ ਲਓ ਹਿੰਦੂ ਰਾਜ ਹੀ ਸੀਗਾ, ਨੇਪਾਲ ਤਾਂ ਹਿੰਦੂ ਕਿੰਗਡਮ ਹੀ ਕਿਹਾ ਜਾਂਦਾ ਸੀ, ਤੇ ਭਾਰਤ ਨਾਲ ਬਹੁਤ ਅੱਛੇ ਸੰਬੰਧ ਸੀ। ਪਰ ਇਹ ਬਹੁਤ ਵੱਡਾ ਜਿਹੜਾ ਹੈਗਾ ਫੋਰਨ ਪਾਲਿਸੀ ਫੇਲੀਅਰ ਹੋਇਆ ਉੱਥੇ, ਤੇ ਉੱਥੇ ਉਹ ਜਿਹੜਾ ਡਿਸਪਿਊਟਡ ਏਰੀਆ ਸੀ ਉਹਦੇ ਬਾਰੇ ਪਹਿਲਾਂ ਕਮੇਟੀਆਂ ਬਣਦੀਆਂ ਰਹੀਆਂ, ਪਰ ਭਾਰਤ ਨੇ ਉੱਥੇ ਪਹਿਲਾਂ ਤਾਂ ਜਦੋਂ ਆ 370 ਖਤਮ ਕੀਤੀ ਉਦੋਂ ਲਦਾਖ ਦੇ ਨੂੰ ਯੂਨਿਟ ਟੈਰੀਟਰੀ ਕਰ ਲਿਆ, ਜਿਹਦਾ ਚੀਨ ਨੇ ਇਤਰਾਜ਼ ਕੀਤਾ, ਤੇ ਕੁਛ ਇਲਾਕੇ ਜਿਹੜੇ ਪਿਥੌਰਾਗੜ੍ਹ ਦੇ ਸੀ ਉੱਤਰਾਂਚਲ ਦੇ ਵਿੱਚ ਉਹ ਆਪਦੇ ਨਕਸ਼ੇ ਦੇ ਵਿੱਚ ਸ਼ੋਅ ਕੀਤੇ, ਜਿਹਦੇ ਤੇ ਨੇਪਾਲ ਨੂੰ ਇਤਰਾਜ਼, ਜਿਹਦਾ ਹਲੇ ਵਿਵਾਦ ਖਤਮ ਨਹੀਂ ਹੋਇਆ ਸੀ। ਤਾਂ ਉਹ ਹੁਣ ਕਿਉਂਕਿ ਚੀਨ ਜਿਹੜਾ ਨੇਪਾਲ ਆ ਉਹਦਾ ਝੁਕਾਅ ਚੀਨ ਵੱਲ ਆ, ਤਾਂ ਇਹ ਇੱਕ ਧਾਰਨਾ ਬਣੀ ਆ ਭਾਰਤ ਦੇ ਵਿੱਚ ਕਿ ਵੀ ਇਹ ਕਿਤੇ ਨਾ ਕਿਤੇ ਚੀਨ ਇਸ ਮਸਲੇ ਨੂੰ ਖੜਾ ਕਰ ਰਿਹਾ। ਪਰ ਇਹਦੇ ਵਿੱਚ ਇਹ ਚੀਨ ਦੇ ਨਾਲੋਂ ਵੀ ਵੱਡੀ ਗੱਲ ਇਹ ਹੈ ਕਿ ਵੀ ਭਾਰਤ ਦੀ ਜਿਹੜੀ ਕੂਟਨੀਤੀ ਆ ਉਹ ਬਿਲਕੁਲ ਇੱਥੇ ਆ ਕੇ ਫੇਲ ਹੋ ਗਈ ਆ, ਤੇ ਉਹ ਫੇਲੀਅਰ ਵੱਡਾ ਕਾਰਨ ਹੈਗਾ ਕੂਟਨੀਤੀ ਦਾ, ਜਿਹੜਾ ਨਾ ਕਿ ਚੀਨ ਦਾ ਜਿਹੜਾ ਉਕਸਾਉਣਾ ਵੱਡਾ ਕਾਰਨ। ਅੱਛਾ, ਇਸ ਨੂੰ ਫਿਰ ਅਸੀਂ ਜੇ ਦੂਰ ਅਸੀਂ ਪ੍ਰਭਾਵ ਇਸ ਦੇ ਵੇਖਦੇ ਹਾਂ, ਅਸੀਂ ਇਸ ਤੇ ਬਹੁਤ ਵਿਚਾਰ ਕਰਦੇ ਰਹੇ ਹਾਂ ਬਈ ਜਿਹੜੇ ਇਸ ਖਿੱਤੇ 'ਚ ਸਾਰੇ ਇਹਨਾਂ ਦੇਸ਼ਾਂ 'ਚ ਬਦਲ ਰਹੇ ਹਾਲਾਤ ਨੇ। ਮੈਂ ਕਦੇ ਕਦੇ ਇਹਨੂੰ ਜੋੜ ਕੇ ਪਿਛਲੇ ਦਿਨੀ ਜਿਹੜੀ ਤੁਰਕੀ ਦਾ ਇੱਕ ਆਟੋਮੈਨ ਐਮਪਾਇਰ ਦਾ ਸੀਰੀਅਲ ਨੇ ਜਿਹੜੇ ਉਹ ਪਾਕਿਸਤਾਨ 'ਚ ਬੜੇ ਜ਼ੋਰ ਦੇ ਨਾਲ ਚੱਲ ਰਹੇ ਨੇ, ਬਹੁਤ ਲੋਕ ਉਹਨੂੰ ਮਿਲੀਅਨਸ ਆਫ ਦੇਖ ਰਹੇ ਨੇ। ਤੇ ਉੱਧਰੋਂ ਅਮਰੀਕਾ ਦੀ ਸੰਧੀ ਜਿਹੜੀ ਅਮਰੀਕਾ ਦੀ ਸੰਧੀ ਤਾਲਿਬਾਨਾਂ ਨਾਲ ਹੋ ਗਈ, ਅਮਰੀਕਾ ਤੇ ਆਉਣ ਨੂੰ ਤਿਆਰ ਹੈ। ਉਸ ਦੂਸਰੇ ਬੰਨੇ ਇਰਾਕ ਦੇ ਵਿੱਚੋਂ ਆਈਸਿਸ ਨੂੰ ਛੱਡ ਕੇ ਵੈਸਟਰਨ ਐਲਾਈਜ਼ ਜਿਹੜੀਆਂ ਉੱਥੋਂ ਤੁਰ ਰਹੀਆਂ ਨੇ, ਆਪਣੇ ਆਪਣੇ ਘਰਾਂ ਨੂੰ ਕੋਵਿਡ-19 ਨੇ ਬਹੁਤ ਕੁਝ ਬਦਲ ਦਿੱਤਾ। ਇਹ ਸਮੁੱਚੇ ਖੇਤਰ 'ਚ ਜਿਹੜੀਆਂ ਇਹ ਚੀਜ਼ਾਂ ਬਦਲ ਰਹੀਆਂ ਨੇ, ਇਹ ਅਸੀਂ ਇੱਕ ਸਿੱਖ ਜਾਂ ਭਾਰਤ ਦੀ ਨੁਕਤਾ ਨਿਗਾਹ ਤੋਂ ਇਹਨੂੰ ਕਿਵੇਂ ਵੇਖੀਏ ਅਸੀਂ? ਜਿੱਥੋਂ ਤੱਕ ਤਾਂ ਭਾਰਤ ਦਾ ਸਵਾਲ ਹੈ ਚੀਨ ਦੇ ਸੰਬੰਧ ਨਾਲ, ਤਾਂ ਇਹ ਹੈ ਕਿ ਵੀ ਚੀਨ ਜਿਹੜਾ ਹੈ ਉਹ ਸਾਰੇ ਪਾਸੇ ਦਬਾਅ ਵਧਾਊਗਾ, ਭਾਰਤ ਦੇ ਦਬਾਅ ਵਧਾ ਵੀ ਰਿਹਾ ਹੈ ਉਹ ਆਪਦੀ ਫੌਜ ਦਾ, ਤੇ ਉਹਦਾ ਸਿੱਧਾ ਅਸਰ ਭਾਰਤ ਦੀ ਆਰਥਿਕਤਾ ਤੇ ਪੈਂਦਾ, ਕਿਉਂਕਿ ਭਾਰਤ ਨੂੰ ਵੀ ਓਨੀ ਹੀ ਫੌਜ ਜਾਂ ਓਨੀ ਹੀ ਆਪਦੇ ਹਥਿਆਰਾਂ ਤੇ ਖਰਚਾ ਕਰਨਾ ਪਊਗਾ। ਦੂਸਰਾ, ਕਿਤੇ ਨਾ ਕਿਤੇ ਉਹਦਾ ਪਾਕਿਸਤਾਨ ਵਾਲੇ ਬਾਰਡਰ ਤੋਂ ਜਾਂ ਕਸ਼ਮੀਰ ਤੋਂ ਵੀ ਆਪਦੀਆਂ ਫੋਰਸਿਸ ਜਾਂ ਆਪਦੇ ਰਿਸੋਰਸਿਸ ਨੂੰ ਹਟਾ ਕੇ ਚੀਨ ਵਾਲੇ ਬਾਰਡਰ ਤੇ ਲਿਆਉਣੇ ਪੈਣਗੀਆਂ, ਤਾਂ ਉਹਦਾ ਅਸਰ ਭਾਰਤ ਦੇ ਆਰਥਿਕਤਾ ਦੇ ਉੱਤੇ ਤੇ ਭਾਰਤ ਦੇ ਜਿਹੜੇ ਹੋਰ ਮਸਲੇ ਹੈਗੇ ਆ, ਜਿਹੜੇ ਆਪਣਾ ਸੁਰੱਖਿਆ ਦੇ ਮਸਲੇ ਆ, ਇਹਨਾਂ ਸਾਰਿਆਂ ਤੇ ਉਹਦਾ ਅਸਰ ਪੈਣਾ ਸੰਭਾਵਿਤ ਹੈਗਾ ਕਿ ਉਹ ਪਊਗਾ। ਤੇ ਭਾਰਤ ਨੇ 2007 ਦੇ ਵਿੱਚ ਇੱਥੇ ਸੁਰੱਖਿਆ ਦੇ ਨੂੰ ਲੈ ਕੇ 2 ਮਾਊਂਟਨ ਕੋਰ ਡਿਵੀਜ਼ਨ, ਸਟ੍ਰਾਈਕ ਡਿਵੀਜ਼ਨ ਖੜੀਆਂ ਕਰਨ ਦੀ ਮਨਮੋਹਨ ਸਿੰਘ ਸਰਕਾਰ ਵੇਲੇ ਇੱਕ ਰਣਨੀਤੀ ਬਣਾਈ ਸੀ, ਜਿਹੜੀ ਕਿ ਹੋਣ ਵਾਲੀ ਸਰਕਾਰ ਨੇ ਆ ਕੇ ਅਮਰੀਕਾ ਨਾਲ 3 ਫਾਊਂਡੇਸ਼ਨਲ ਸੰਧੀਆਂ ਕੀਤੀਆਂ, ਜਿਨ੍ਹਾਂ ਨੂੰ ਮੋਰ ਔਰ ਲੈਸ ਇਹ ਕਿਹਾ ਜਾਂਦਾ ਹੈ ਵੀ ਇਹ ਪੂਰੇ ਤਰੀਕੇ ਨਾਲ ਅਲਾਈ ਬਣਨ ਵਾਲੀਆਂ ਸੰਧੀਆਂ ਹੁੰਦੀਆਂ।
ਇੱਕ ਲੌਜਿਸਟਿਕ ਸਪੋਰਟਸ ਦੀ ਸੰਧੀ ਆ, ਇੱਕ ਕਮਿਊਨੀਕੇਸ਼ਨ ਦੀ ਸੰਧੀ ਆ, ਤੀਜੀ ਹਲੇ ਹੋਈ ਨਹੀਂ, ਉਹ ਵੀ ਹੋ ਜੂਗੀ ਵੀ ਡੇਟਾ ਐਕਸਚੇਂਜ ਦੀ ਸੰਧੀ ਜਿਹੜੀ ਆ। ਤਾਂ ਉਹ ਸੰਧੀਆਂ ਜੇ ਹੋ ਜਾਂਦੀਆਂ ਤਾਂ ਤਕਰੀਬਨ ਅਮਰੀਕਾ ਦਾ ਪੂਰਾ ਜਿਹੜਾ ਗਲਬਾ ਉਹ ਭਾਰਤ ਦੇ ਉੱਤੇ ਪੈ ਜਾਂਦਾ ਹੈ ਜੀ। ਤੇ ਚੀਨ ਉਸ ਗਲਬੇ ਨੂੰ ਭੰਨਣ ਦੀ ਕੋਸ਼ਿਸ਼ ਕਰੂ, ਪਾਕਿਸਤਾਨ ਦੇ ਰਸਤੇ ਉਹ ਰਾਹ ਕੱਢ ਰਿਹਾ, ਤਾਂ ਸਮਝ ਲਓ ਭਾਰਤ ਦੇ ਉੱਤੇ ਇਹਦਾ ਦਬਾਅ ਤਾਂ ਵਧੂਗਾ ਹੀ ਜੀ। ਇਸ ਖੱਤੇ ਦੇ ਵਿੱਚ ਇਹਦਾ ਪ੍ਰੈਸ਼ਰ ਆਊਗਾ ਹੀ ਜੀ ਇਸ ਗੱਲ ਦਾ। ਤੇ ਇਹਦੇ ਚ ਇਹ ਵੀ ਆਪਾਂ ਨੂੰ ਵੇਖਣਾ ਜ਼ਰੂਰੀ ਹੈ ਕਿ ਜਿਹੜਾ ਚੀਨ ਆ ਉਹ ਆਪਦੇ ਆਪ ਨੂੰ ਇੱਕ ਸੁਪਰ ਪਾਵਰ ਦੇ ਤੌਰ ਤੇ ਵੇਖਣ ਲੱਗ ਗਿਆ ਜੀ। ਤੇ ਜੋ ਆਪਦੇ ਆਪ ਨੂੰ ਸੁਪਰ ਪਾਵਰ ਦੇ ਤੌਰ ਤੇ ਦੇਖਦਾ ਹੈ, ਤੇ ਜੇ ਉਹ ਤਰੱਕੀ ਕਰਦਾ ਗਿਆ ਤੇ ਇਸ ਤੇਜ਼ੀ ਨਾਲ ਆਰਥਿਕਤਾ ਦੇ ਵਿੱਚ ਤਰੱਕੀ ਕਰਦਾ ਗਿਆ ਜਿਸ ਤਰੀਕੇ ਨਾਲ ਕਰ ਰਿਹਾ ਹੈ, ਤਾਂ ਉਹਦੀ ਜਿਹੜੀ ਮਹੱਤਵਕਾਂਸ਼ਾ ਜਾਂ ਜਿਹੜੀ ਐਂਬੀਸ਼ਨ ਆ, ਉਹ ਜਿਵੇਂ ਜਰਮਨੀ ਦੀ ਵਧੀ ਸੀ ਕਿਸੇ ਸਮੇਂ, ਉਹਦੀ ਵੀ ਵੱਧਦੀ ਜਾਊਗੀ। ਤੇ ਉਹਦਾ ਦਬਾਅ ਹੋਰ ਜਿਵੇਂ ਅੱਜ ਲਦਾਖ ਤੇ ਵੱਧਦਾ ਜਾ ਰਿਹਾ, ਹੋਰ ਇਲਾਕਿਆਂ ਦੇ ਉੱਤੇ ਵਧੂਗਾ। ਤੇ ਉਹਦਾ ਸਿੱਧਾ ਅਸਰ ਕੀ ਹੁੰਦਾ, ਜਿੱਥੇ ਜੇ ਪਹਾੜਾਂ ਦੇ ਵਿੱਚ ਪਹਾੜੀ ਇਲਾਕੇ 'ਚ ਦਬਾਅ ਵੱਧਦਾ ਕਿਸੇ ਵੱਡੀ ਤਾਕਤ ਦਾ, ਜਿਵੇਂ ਕਿਸੇ ਸਮੇਂ ਦੇ ਵਿੱਚ ਅਫਗਾਨਿਸਤਾਨ ਵਿੱਚ ਰੂਸ ਦਾ ਵਧਿਆ ਸੀ, ਤਾਂ ਉਹਦਾ ਪ੍ਰਭਾਵ ਜਿਹੜਾ ਉਹਦੇ ਨੇੜੇ ਦੇ ਜ਼ਮੀਨੀ ਖੇਤਰ ਤੇ ਪੈਣਾ ਸ਼ੁਰੂ ਹੁੰਦਾ ਹੈ, ਕਿਉਂਕਿ ਉਵੇਂ ਪੰਜਾਬ ਦੇ ਉੱਤੇ ਉਹਦਾ ਦਬਾਅ ਪੈਣਾ ਮਤਲਬ ਇੱਕ ਆਪਾਂ ਇਹਨੂੰ ਕਹਿ ਸਕਦੇ ਕਿ ਜਿਓਪੋਲਿਟਿਕਸ ਦਾ ਇੱਕ ਅਸੂਲ ਆ ਕਿ ਨੀਅਰੈਸਟ ਜਿਹੜੀ ਉਹਦੀ ਪਲੇਨ ਆ ਉਹਦੇ ਉੱਤੇ ਜਿਹੜੀ ਲੈਂਡ ਮਾਸ ਆ ਉਹਦੇ ਉੱਤੇ ਉਹਦਾ ਦਬਾਅ ਪੈਣਾ ਸ਼ੁਰੂ ਹੋ ਜਾਂਦਾ, ਤੇ ਉਹਦੇ ਅਸਰ ਵੀ ਪੈਣੇ ਸ਼ੁਰੂ ਹੁੰਦੇ ਆ। ਉਹਨਾਂ ਚੀਜ਼ਾਂ ਨੂੰ ਭਾਰਤ ਕਿਵੇਂ ਨਜਿੱਠਦਾ ਹੈ ਜਾਂ ਕਿਵੇਂ ਹੈਂਡਲ ਕਰਦਾ, ਉਹ ਦੇਖਣ ਉਹ ਸਮਾਂ ਹੀ ਦੱਸੂਗਾ ਜੀ। ਕਿਉਂਕਿ ਜੇ ਤੁਸੀਂ ਮੈਂ ਵੈਸੇ ਹੀ ਕੁਦਰਤੀ ਤੌਰ ਤੇ ਜੇ ਚੀਨ ਦਾ ਤੁਸੀਂ ਇਸ ਆਪਾਂ ਭੂਟਾਨ ਵਾਲਾ ਏਰੀਆ ਵੇਖਦੇ ਆ, ਉਹ ਤੁਸੀਂ ਜੇ ਜਿਹੜਾ ਡੋਕਲਮ ਦੀ ਗੱਲ ਹੈ, ਉੱਥੋਂ ਥੱਲੇ ਜੇ ਸ੍ਰੀਗੁੜੀ ਦੇ ਸੰਨ 'ਚ ਆ ਜਾਂਦਾ ਹੈ, ਥੱਲੇ ਬੰਗਲਾਦੇਸ਼ ਹੈ, ਤੇ ਉੱਪਰ ਜਿਹੜੀਆਂ ਸਟੇਟਸ ਨੇ ਜੀ ਸਾਰੀਆਂ ਬੰਗਲਾਦੇਸ਼ ਤੋਂ ਉੱਪਰਲੇ ਬੰਨੇ ਨਾਗਾਲੈਂਡ, ਅਸਾਮ, ਅਰੁਣਾਚਲ, ਤੇ ਉਧਰੋਂ ਬਰਮਾ ਦੇ ਉੱਪਰਲੇ ਬੰਨੇ ਫਿਰ ਚੀਨ ਆ ਜਾਂਦਾ, ਤੇ ਉਹ ਸਾਰਾ ਵਲੀ ਬੈਠਾ। ਜੇ ਇਸ ਡੋਕਲਮ ਦੇ ਸਮੇਂ ਆਪਾਂ ਜਿਹੜੀ ਉਹ ਇਸ਼ੂ ਹੋਇਆ ਸੀ, ਜੇ ਸਿਲੀਗੁੜੀ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ, ਚਾਹੇ ਪੋਸੀਬਿਲਿਟੀ ਤਾਂ ਹੈ ਨਹੀਂ ਪਰ ਬਦਲਦੇ ਹਾਲਾਤਾਂ 'ਚ ਕੁਝ ਨਹੀਂ, ਤਾਂ ਉਹ ਚੀਨ ਦਾ ਹੀ ਇੱਕ ਹਿੱਸਾ ਲੱਗਦਾ ਬੰਗਲਾਦੇਸ਼ ਤੋਂ ਉੱਪਰ ਜਿੰਨੀਆਂ ਸਟੇਟਸ ਨੇ ਜੀ। ਮੈਂ ਕਿਤੇ ਨਾ ਕਿਤੇ ਉਹ ਦਬਾਅ ਪਾਉਂਦਾ ਰਹਿੰਦਾ ਹੈ, ਕਿਤੇ ਡੋਕਲਮ ਦੀ ਗੱਲ ਕਰ ਲਈਏ ਤੇ ਜਾਂ ਇਸ, ਪਰ ਅਕਸਾਈ ਚਿੰਨ ਵਾਲਾ ਇਸ ਵਾਰ ਨਵਾਂ ਹੋਇਆ ਜੀ ਇੱਥੇ। ਇਹ ਮੈਨੂੰ ਗੰਭੀਰ ਲੱਗਦਾ ਬਰਾੜ ਸਾਹਿਬ। ਇਹ ਆਏ ਆ ਜੀ ਜਿਹੜਾ ਤਾਂ ਅਕਸਾਈ ਚਿੰਨ ਵਾਲਾ, ਇਹ ਉਹਦੇ ਨਾਲੋਂ ਡੋਕਲਾਮ ਨਾਲੋਂ ਕਿਤੇ ਹੀ ਮਤਲਬ ਸੰਜੀਦਾ ਮਸਲਾ ਹੈ, ਕਿਉਂਕਿ ਇਹਦੇ ਵਿੱਚ ਕੀ ਆ ਕਿ ਡੋਕਲਾਮ ਦੇ ਕੇਸ ਦੇ ਵਿੱਚ ਉਹਨਾਂ ਨੇ ਆਪਦੀਆਂ ਉੱਥੇ ਅਟੈਚਮੈਂਟਸ ਬਣਾਈਆਂ, ਆਪਦੇ ਪਰਮਾਨੈਂਟ ਬਣਾ ਲਏ, ਉਹ ਪਿੱਛੇ ਨਹੀਂ ਹਟੇ। ਪਰ ਉੱਥੇ ਕੀ ਆ, ਉਹ ਭੂਟਾਨ ਦੀ ਧਰਤੀ ਦੇ ਵਿੱਚ ਉਹਨਾਂ ਨੇ ਸਭ ਕੁਛ ਕੀਤਾ। ਮਤਲਬ ਉਹ ਜਿਹੜਾ ਝਗੜਾ ਸੀ, ਉਹ ਭੂਟਾਨ ਤੇ ਚੀਨ ਦਾ ਇੱਕ ਤਰ੍ਹਾਂ ਜਗ੍ਹਾ ਦਾ ਝਗੜਾ ਸੀ। ਜਿਹੜਾ ਲਦਾਖ ਦੇ ਵਿੱਚ ਅਕਸਾਈ ਚਿੰਨ ਵਾਲੇ ਪਾਸੇ ਹੋ ਰਿਹਾ ਜੀ, ਇਹ ਭਾਰਤ ਦੀ ਜਗ੍ਹਾ ਹੈ ਜਿਹਦੇ ਵਿੱਚ ਉਹ ਆ ਗਏ ਆ, ਤੇ ਜੇ ਉੱਥੇ ਕੁਛ ਬਣਾਉਂਦੇ ਆ ਤੇ ਬਹੁਤ ਜ਼ਿਆਦਾ ਸੰਜੀਦਾ ਮਸਲਾ ਹੈ। ਤੇ ਜਿਵੇਂ ਤੁਸੀਂ ਕਿਹਾ, ਉਹ ਘੇਰ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਕ ਪਾਸੇ ਉਹਨੇ ਸੀ ਪੈਕ ਬਣਾ ਕੇ ਪਾਕਿਸਤਾਨ ਦੇ ਰਸਤੇ ਰਾਹੀਂ ਉਹਨੇ ਗਵਾਦਰ ਤੱਕ ਪਹੁੰਚਿਆ, ਤੇ ਉਹ ਇਸ ਪਾਸੇ ਵੀ ਘੇਰਾ ਪਾ ਰਿਹਾ, ਦੂਜੇ ਪਾਸੇ ਇਸੇ ਤਰ੍ਹਾਂ ਦੀ ਸੜਕ ਹੀ ਤੇ ਇਸੇ ਤਰ੍ਹਾਂ ਦਾ ਚੀਜ਼ ਮਾਇਨਾਮਾਰ ਜਿਹਨੂੰ ਆਪਾਂ ਬਰਮਾ ਕਹਿੰਦੇ ਆ, ਉਹਦੇ ਵਿੱਚ ਬਣਾ ਰਿਹਾ। ਤੇ ਹੇਠਾਂ ਨੀਚੇ ਸਾਊਥ ਦੇ ਵਿੱਚ ਸ਼੍ਰੀਲੰਕਾ 'ਚ ਉਹਨੇ ਇੱਕ ਆਪਦਾ ਪੋਰਟ ਬਣਾਇਆ ਹੋਇਆ, ਜਿਹੜਾ ਉਹਨੇ ਸ਼੍ਰੀਲੰਕਾ ਸਰਕਾਰ ਤੋਂ ਲੈ ਲਿਆ। ਤੇ ਦੂਸਰਾ ਉਹਨੇ ਹੁਣ ਮਾਲਡਾਈਵਸ ਦੇ ਨੇੜੇ, ਮਾਲੇ ਤੋਂ ਬਿਲਕੁਲ ਨੇੜੇ, ਇੱਕ ਪੂਰਾ ਆਰਟੀਫਿਸ਼ੀਅਲ ਆਈਲੈਂਡ ਖੜਾ ਬਣਾ ਲਿਆ, ਜਿਹਦੇ ਵਿੱਚ ਜਿਹੜਾ ਚੀਨ ਦੀ ਕੰਪਨੀ ਕੋਲੇ ਆ, ਤੇ ਉਹ ਭਾਰਤ ਦੇ ਤੋਂ ਸਿਰਫ 600 ਕਿਲੋਮੀਟਰ ਦੀ ਦੂਰੀ ਤੇ ਹੈਗਾ, ਕਿਤੋਂ ਵੀ ਉੱਥੋਂ ਸਟਰਾਈਕ ਕੀਤੀ ਜਾ ਸਕਦੀ ਆ। ਫਿਰ ਨੇਪਾਲ ਦੇ ਵਿੱਚ ਵੀ ਉਹ ਆਪਦੇ ਆਪ ਨੂੰ ਮਜ਼ਬੂਤ ਕਰ ਗਿਆ, ਤਾਂ ਉਹ ਪੂਰੀ ਘੇਰਾਬੰਦੀ ਕਰ ਰਿਹਾ ਇਸ ਟਾਈਮ ਭਾਰਤ ਦੇ ਆਸ-ਪਾਸ। ਤੇ ਇਸੇ ਤਰ੍ਹਾਂ ਭਾਰਤ ਤੇ ਅਮਰੀਕਾ ਵੀ ਜਿਹੜੀ ਆ ਉਹ ਚੀਨ ਦੀ ਘੇਰਾਬੰਦੀ ਤੇ ਲੱਗੇ ਹੋਏ ਆ। ਉਹ ਭਾਰਤ ਇੱਕ ਉਸ ਕੁਆਡ ਇੱਕ ਸੰਧੀ ਆ, ਉਹਦੇ ਵਿੱਚ ਭਾਰਤ ਆ, ਆਸਟ੍ਰੇਲੀਆ ਹੈਗਾ ਤੇ ਜਾਪਾਨ ਹੈਗਾ, ਤੇ ਇਸੇ ਤਰ੍ਹਾਂ ਹੁਣ ਵੀਅਤਨਾਮ, ਮਲੇਸ਼ੀਆ, ਇਹ ਸਾਰੇ ਮੁਲਕ ਜਿਹੜੇ ਆ, ਸਿੰਗਾਪੁਰ ਆ, ਇਹ ਇਹਨਾਂ ਦੇ ਅਲਾਈਜ਼ ਹੈਗੇ ਆ, ਤੇ ਉਹ ਸਾਊਥ ਚਾਈਨਾ ਸੀ ਦੇ ਵਿੱਚ ਚੀਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇੱਕ ਤਰ੍ਹਾਂ ਕੋਲਡ ਵਾਰ ਵਰਗਾ ਮਾਹੌਲ ਬਣਦਾ ਜਾ ਰਿਹਾ, ਕਿਸੇ ਨਾ ਕਿਸੇ ਰੂਪ 'ਚ ਆਪਾਂ ਵੇਖ ਸਕਦੇ ਹਾਂ। ਹੁਣ ਤੁਸੀਂ ਪਿੱਛੇ ਸੁਣਿਆ ਹੋਊਗਾ, ਇੰਡਸਟਰੀ ਵੀ ਉੱਥੋਂ
ਖਿੱਚਣ ਦੀ ਕੋਸ਼ਿਸ਼ ਕੀਤੀ ਆ। ਅਮਰੀਕਾ ਬਹੁਤ ਸਾਰੀ ਮੈਨੂਫੈਕਚਰਿੰਗ ਤਾਂ ਵਾਪਸ ਅਮਰੀਕਾ 'ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ। ਅਮਰੀਕਾ ਦੀ ਜਿਹੜੀ ਆਊਟਪੁੱਟ ਸੀਗੀ ਇੰਡਸਟਰੀ ਦੀ, ਜਿਹੜੀ ਤੁਹਾਡੀ ਇੱਥੇ ਜਿਹੜੀ ਗ੍ਰੋਸ ਆਊਟਪੁੱਟ ਦਾ, ਉਹ ਤੇ 13% ਪਹਿਲਾਂ ਲੈਂਦਾ ਹੁੰਦਾ ਸੀਗਾ ਲੋ ਕਾਸਟ ਏਸ਼ੀਅਨ ਕੰਟਰੀਜ਼ 'ਚੋਂ। ਲੋ ਕਾਸਟ ਏਸ਼ੀਅਨ ਕੰਟਰੀਜ਼ ਚਾਈਨਾ, ਭਾਰਤ, ਬੰਗਲਾਦੇਸ਼, ਵੀਅਤਨਾਮ, ਤਾਇਵਾਨ, ਥਾਈਲੈਂਡ, ਇਹ ਦੇਸ਼ ਆਉਂਦੇ ਆ ਜੀ, ਪਾਕਿਸਤਾਨ। ਇਹਨਾਂ ਤੋਂ ਮਿਲਾ ਕੇ 13% ਲੈਂਦਾ ਹੁੰਦਾ ਸੀ। ਹੁਣ ਉਹਨੇ ਘਟਾ ਕੇ 12% ਕਰਦੀ ਆ। ਕੁਛ ਸ਼ੇਅਰ ਮੈਕਸੀਕੋ ਦਾ ਵਧਿਆ ਹੈ ਤੇ ਉਧਰੋਂ ਚੀਨ ਤੋਂ ਤਾਂ ਬਹੁਤ ਹੀ ਘਟਾਤਾ ਉਹਨੇ। ਚੀਨ ਦਾ 17% ਜਿਹੜਾ ਘਟਾਇਆ ਉਹਨੇ ਖਰੀਦ ਚੀਨ ਤੋਂ, ਤੇ ਹੋਰ ਵੀ ਘਟਣ ਦੀ ਸੰਭਾਵਨਾ ਹੈ। ਤੇ ਉਹਦਾ ਫਾਇਦਾ ਵੀਅਤਨਾਮ ਨੂੰ, ਤਾਇਵਾਨ ਨੂੰ ਤੇ ਕੋਈ ਥੋੜਾ ਬਹੁਤ ਭਾਰਤ ਨੂੰ ਵੀ ਹੋਇਆ। ਇੱਕ ਬ੍ਰੇਕ ਲੈ ਲਈਏ ਜੀ, ਫਿਰ ਵਾਪਸ ਆਉਂਦੇ ਆ ਤੇ ਇਹਨੂੰ ਸਮ ਅਪ ਕਰਾਂਗੇ ਅਗਲੇ ਹਿੱਸੇ 'ਚ, ਕਿਉਂਕਿ ਮੈਂ ਚੀਨ ਦੀਆਂ ਜਿਹੜੀਆਂ ਗਤੀਵਿਧੀਆਂ ਸਾਊਥ ਚਾਈਨਾ ਸੀ ਦੇ ਵਿੱਚ ਅੱਜ ਇਹਦਾ ਹੀ ਵਿਸ਼ਲੇਸ਼ਣ ਆਪਾਂ ਕਰਾਂਗੇ। ਉਧਰ ਨੂੰ ਵੀ ਥੋੜਾ ਬਹੁਤਾ ਜਾਣਾ ਚਾਹੁੰਦਾ ਮੈਂ, ਬਈ ਕਿੱਥੇ ਹੈਨਾਨ ਤੇ ਕਿੱਥੇ ਉਹ ਅੰਦਰ ਵੜਿਆ ਫਿਰਦਾ, ਤੇ ਬਾਕੀ ਦੇਸ਼ਾਂ ਦੀ ਉਹ ਕੁਰਕੀ ਸਟ੍ਰੇਟ ਆਫ ਤਾਇਵਾਨ ਦੇ ਵਿੱਚ ਦੀ ਵੀ ਜਦ ਅਮਰੀਕੀ ਵੇੜੇ ਕਈ ਵਾਰ ਲੰਘਣ ਲੱਗਦੇ ਆ ਉਹਨਾਂ ਨੂੰ ਅੱਖਾਂ ਦਿਖਾਉਂਦਾ। ਤੇ ਇੱਕ ਜਿਹੜਾ ਰਾਊਟ ਉਹਨੇ ਉੱਪਰਲੇ ਪਾਸੇ ਦੀ ਖੋਲਿਆ, ਮਤਲਬ ਰਸ਼ੀਆ ਦੇ ਉੱਪਰਲੇ ਬੰਨੇ ਦੀ, ਸਾਈਬੇਰੀਆ ਦੇ ਉੱਪਰਲੇ ਬੰਨੇ ਦੀ ਆ ਕੇ ਉਹਨੇ ਹਾਲੈਂਡ ਦੇ ਵਿੱਚ ਸ਼ਿਪ ਲੈ ਕੇ ਆਉਂਦੇ ਨੇ, ਨਾਰਵੇਜੀਅਨ ਸੀ ਦੇ ਰਾਹੀਂ ਉੱਪਰਲੇ ਬੰਨੇ ਆਰਟਿਕ ਓਸ਼ਨ ਦੇ ਨਾਲ ਨਾਲ। ਉਹ ਵੀ ਇੱਕ ਆਰਟਿਕ ਸਰਕਲ ਦੇ ਕੋਲ ਦੀ ਉਹਦੇ ਸ਼ਿਪ ਲੰਘੇ ਨੇ ਆ ਕੇ, ਤੇ ਉਹਨੂੰ ਆਪਾਂ ਕਨਕਲੂਡ ਕਰਾਂਗੇ ਜੀ। ਇੱਕ ਵਪਾਰਕ ਸੰਦੇਸ਼ ਲੈ ਲਈਏ, ਬਰਾੜ ਸਾਹਿਬ ਵੇਟ ਕਰੇ। ਚੀਨ ਦੇ ਉਸ ਖਿੱਤੇ ਦੇ ਵਿੱਚ ਜਿਹੜਾ ਚਾਰੇ ਪਾਸੇ ਵੱਧਦਾ ਤੇ ਵਰਲਡ ਦੇ ਲੈਵਲ ਦੇ ਉੱਪਰ ਹਾਂਗਕਾਂਗ ਵਾਲੇ ਪਾਸੇ ਜਿਹੜਾ ਪੈਰ ਉਹਦਾ ਪਾਉਣਾ, ਤੇ ਜਿਹੜਾ ਵਨ ਬੈਲਟ ਵਨ ਰੋਡ ਦੀ ਉਹਦੀ ਸਿਲਕ ਰੋਡ ਪੁਰਾਣੀ, ਉਹਨੂੰ ਰੇਲ ਤੇ ਉਸ ਤੋਂ ਬਾਅਦ ਸਮੁੰਦਰੀ ਤੇ ਉਸ ਤੋਂ ਬਾਅਦ ਹਰ ਤਰੀਕੇ ਦੇ ਨਾਲ ਸੜਕਾਂ ਦੇ ਰਾਹੀਂ ਦੁਨੀਆ ਨੂੰ ਜੋੜਨ ਲਈ ਪੈਨਾਮਾ ਤੱਕ ਉਹ ਪਹੁੰਚਿਆ ਹੋਇਆ। ਸਾਊਥ ਅਮਰੀਕਾ ਦੇ ਬਹੁਤ ਦੇਸ਼ ਉਹਨੇ ਜਿਹੜੇ ਨੇ ਉਹ ਉਹਨਾਂ ਤੇ ਵਿੱਚ ਬੰਦਰਗਾਹਾਂ ਤੇ ਉਹਨੇ ਰਾਊਟ ਆਪਣਾ ਸੈੱਟ ਕੀਤਾ, ਉਹਨਾਂ ਨੂੰ ਗਹਿਣੇ ਕਰਕੇ ਉੱਥੇ ਦੀਆਂ ਜ਼ਮੀਨਾਂ। ਅਫਰੀਕਾ ਦੇ ਵਿੱਚੋਂ ਬਹੁਤ ਵੱਡਾ ਉਹ ਜਿਹੜਾ ਆਪਣਾ ਵਪਾਰ ਕਰ ਰਿਹਾ, ਸ਼੍ਰੀਲੰਕਾ ਦੇ ਨੇੜੇ ਉਹਨੇ ਆਪਣਾ ਇੱਕ ਸ਼ਹਿਰ ਵਸਾਇਆ ਕੋਲੰਬੋ ਦੇ ਨੇੜੇ, ਜਿਹੜੀ ਦੱਸ ਰਹੇ ਨੇ ਬਰਾੜ ਸਾਹਿਬ ਬੰਦਰਗਾਹ ਬਹੁਤ ਵੱਡੀ ਬਣਾਈ ਹੈ। ਉਹਦਾ ਮੰਤਵ ਇਹ ਹੈ ਵੀ ਸੁਪਰ ਪਾਵਰ ਦੇ ਤੌਰ ਤੇ ਅਮਰੀਕਾ ਦੇ ਬਰਾਬਰ। ਅੱਛਾ, ਇੱਕ ਗੱਲ ਲੋਕਾਂ ਦੇ ਵਿੱਚ ਬਰਾੜ ਸਾਹਿਬ ਬੜੀ ਰਹਿੰਦੀ ਹੈ, ਸੁਪਰ ਪਾਵਰ ਅਮਰੀਕਾ ਵੀ ਹੈ, ਤੇ ਲੋਕ ਕਿਤੇ ਨਾ ਕਿਤੇ ਇਸ ਗੱਲ ਤੇ ਉਸ ਦੀ ਸੁਪਰ ਪਾਵਰ ਨੂੰ ਐਕਸੈਪਟ ਕਰਦੇ। ਜਿਨਪਿੰਗ ਦਾ ਜਿਹੜੀ ਰਾਈਜ਼ ਹੈ ਉਹਦੇ ਵਿੱਚੋਂ ਕਿਤੇ ਨਾ ਕਿਤੇ ਆਮ ਬੰਦਿਆਂ ਨੂੰ ਜਿਹੜੀ ਬਰੂਟੈਲਿਟੀ ਲੱਗਦੀ ਹੈ, ਡਰਦੇ ਆ ਇਹਦੀ ਸੁਪਰ ਪਾਵਰ। ਕੀ ਇਹਦਾ ਜਿਹੜਾ ਖੱਬੇ ਪੱਖੀ ਖਾਸਾ ਹੈ ਇਹਨਾਂ ਦੇਸ਼ਾਂ ਦਾ, ਇਹ ਹੋਇਆ ਜਾਂ ਪੁਤਨ ਹੋਇਆ, ਕੀ ਕੱਲ ਨੂੰ ਜੇ ਸੁਪਰ ਪਾਵਰ ਬਣਦਾ ਇਹਦੀ ਖੱਬੇ ਪੱਖੀ ਜਿਹੜੀ ਆਈਡੀਓਲੋਜੀ ਹੈ, ਉਹ ਖਾਸਾ ਜਿਹੜਾ ਉਹ ਸੰਸਾਰ ਨੂੰ ਪ੍ਰਭਾਵਿਤ ਕਰ ਸਕੇਗਾ ਜੇ ਤਰੱਕੀ ਤੇ ਹੋ ਰਿਹਾ ਹੈ ਦੇਸ਼? ਇਹਦੇ ਬਾਰੇ ਜੀ ਬਹੁਤ ਸੋਹਣੀ ਗੱਲ ਹੈ ਕਿ ਆਪਣਾ ਜਦੋਂ ਆਪਣਾ ਪੱਛਮੀ ਦੇਸ਼ਾਂ 'ਚ ਡੈਂਗ ਜਿਆਂਪਿੰਗ ਗਿਆ ਤਾਂ ਉਹਨੂੰ ਸਵਾਲ ਪੁੱਛਿਆ ਗਿਆ ਕਿ ਵੀ ਐਨਲਾਈਟਨਮੈਂਟ ਤੇ ਮਾਡਰਨਿਟੀ ਜਿਹੜੀ ਆਈ ਆ ਇਹਦਾ ਤੇਰੇ ਹਿਸਾਬ ਨਾਲ ਕਿੰਨਾ ਫਾਇਦਾ ਹੋਇਆ? ਉਹ ਕਹਿੰਦਾ ਇਹ ਹਲੇ ਬਹੁਤ ਜਲਦੀ ਹੈ, ਹਲੇ ਨਹੀਂ ਪਤਾ ਇਹਦਾ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੋਇਆ। ਇਹ ਤੁਸੀਂ ਬਹੁਤ ਜਲਦੀ ਸਵਾਲ ਪੁੱਛ ਰਹੇ ਹੋ ਮੈਨੂੰ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਚੀਨ ਦੀ ਖੱਬੇ ਪੱਖੀ ਸੋਚ ਜਾਂ ਰੂਸ ਦੀ ਖੱਬੇ ਪੱਖੀ ਸੋਚ ਨਾਲੋਂ ਵੀ ਵੱਡੀ ਗੱਲ ਹੈ ਕਿ ਜਿਹੜੀ ਉਹਨਾਂ ਦੀ ਵੈਸੇ ਇੱਕ ਸੋਚ ਹੈਗੀ ਆ ਕਿ ਇਨਸਾਨ ਨੇ ਕਿਵੇਂ ਜੀਣਾ ਹੈ ਜਾਂ ਕਿਵੇਂ ਕਰਨਾ ਹੈ, ਉਹ ਪੱਛਮੀ ਸੋਚ ਨਾਲੋਂ ਬਹੁਤ ਅਲੱਗ ਸੋਚ ਆ। ਤੇ ਇਸ ਕਰਕੇ ਉਹ ਬਰੂਟਲ ਲੱਗਦੀ ਹੈ ਕਿਉਂਕਿ ਉਹ ਉਹਨਾਂ ਦੇ ਵਿੱਚ ਇੱਕ ਇਹ ਸੋਚ ਹੈ ਕਿ ਵੀ ਜਿਹੜਾ ਸਮਾਜ ਆ ਉਹਦੇ ਇਨਸਾਨ ਉਹਦੇ ਵਾਸਤੇ ਜੀਂਦਾ, ਨਾ ਕਿ ਜਿਵੇਂ ਪੱਛਮੀ ਸੋਚ ਹੈਗੀ ਹੈ ਕਿ ਵੀ ਇਨਸਾਨ ਸਭ ਤੋਂ ਆਪ ਹਿਊਮਨ ਬੀਇੰਗ ਆਪ ਹੀ ਇੰਪੋਰਟੈਂਟ ਹੈਗਾ ਸਭ ਤੋਂ। ਤਾਂ ਉਹ ਟਕਰਾਅ ਹੈਗਾ ਤੇ ਉਹਦੇ ਵਿੱਚੋਂ ਹੀ ਸਾਨੂੰ ਸਮਾਜ ਬਰੂਟਲ ਲੱਗਦਾ ਤੇ ਕੁਛ ਮੰਗੋਲਾਂ ਦਾ ਪੁਰਾਣਾ ਜਿਹੜਾ ਪ੍ਰਭਾਵ ਪਿਆ ਉਸ ਕਰਕੇ ਉਹ ਬਰੂਟੈਲਿਟੀ ਨਜ਼ਰ ਆਉਂਦੀ ਹੈਗੀ ਆ। ਵੈਸੇ ਚੀਨ ਆਪਦੇ ਆਪ ਨੂੰ ਜਿਵੇਂ ਤੁਸੀਂ ਗੱਲ ਕੀਤੀ ਕਿ ਸੁਪਰ ਪਾਵਰ ਸਮਝਦਾ ਹੈ ਤੇ ਉਹ ਚਾਹੁੰਦਾ ਹੈ ਕਿ ਵੀ ਉਹ ਵਰਲਡ ਦੇ ਵਿੱਚ ਸੈਂਟਰਲ ਸਟੇਜ ਲਵੇ। ਉਹ ਅਮਰੀਕਨ ਕਰੰਸੀ ਦੇ ਉੱਤੇ ਵੀ ਹਮਲਾ ਕਰੂਗਾ ਕਿਸੇ ਢੰਗ ਨਾਲ, ਉਹਨੂੰ ਆਪਦਾ ਟਰੇਡ ਵਧਾਉਣ ਦੀ ਕੋਸ਼ਿਸ਼ ਕਰੂ ਜਿਵੇਂ ਰਸ਼ੀਆ ਨੇ ਕਿਸੇ ਸਮੇਂ ਰੂਸ ਨੇ ਕੀਤਾ ਸੀ। ਪਰ ਰੂਸ ਕਿਉਂਕਿ ਇਕਨੋਮਿਕ ਪਾਵਰ ਨਹੀਂ ਬਣਨਾ ਚਾਹੁੰਦਾ ਸੀ ਤਾਂ ਉਹ ਜ਼ਿਆਦਾ ਲੰਬਾ ਚੌੜਾ ਅਸਰ ਨਹੀਂ ਪੈਂਦਾ ਸੀਗਾ। ਚੀਨ ਇਹ ਕੋਸ਼ਿਸ਼ ਕਰੂਗਾ
ਤੇ ਚੀਨ ਜੇ ਤੁਸੀਂ ਹੁਣ ਅਮਰੀਕਾ ਨੂੰ ਦੇਖੋ ਤਾਂ ਕੋਈ ਵੀ ਜਿਹੜਾ ਦੇਸ਼ ਸੁਪਰ ਪਾਵਰ ਬਣਦਾ ਹੈ ਜਾਂ ਇਸ ਤਰੀਕੇ ਬਣਦਾ ਤਾਂ ਉਹ ਆਪਦੇ ਆਸੇ ਪਾਸੇ ਵਾਲਾ ਸਭ ਤੋਂ ਆਸਾ ਪਾਸਾ ਜਿਹੜਾ ਉਹਦਾ ਏਰੀਆ ਹੈ, ਉਹਦਾ ਨੇਬਰਹੁੱਡ ਜਿਹਨੂੰ ਆਪਾਂ ਕਹੀਏ, ਉਹਨੂੰ ਸੈਨੀਟਾਈਜ਼ ਕਰਦਾ ਹੈ। ਅਮਰੀਕਾ ਦੇ ਨੀਚੇ ਮੈਕਸੀਕੋ ਆ ਜਿਹੜਾ ਅਮਰੀਕਾ ਨੂੰ ਕੋਈ ਚੈਲੰਜ ਨਹੀਂ ਦੇ ਸਕਦਾ, ਉੱਤੇ ਕੈਨੇਡਾ ਹੈ, ਕੈਨੇਡਾ ਅਮਰੀਕਾ ਨੂੰ ਕੋਈ ਚੈਲੰਜ ਨਹੀਂ ਦੇ ਸਕਦਾ, ਉਹਦਾ ਦੋਸਤਾਨਾ ਜਾਂ ਉਹਦਾ ਇੱਕ ਤਰ੍ਹਾਂ ਦਾ ਪਾਰਟੀ ਆ, ਮਾਈਨਸ ਕੋਈ ਡਿਸਪਿਊਟਸ ਹੋ ਸਕਦੇ ਆ। ਤੇ ਦੂਜੇ ਦੋ ਪਾਸੇ ਬਹੁਤ ਵੱਡੇ ਵੱਡੇ ਸਮੁੰਦਰ ਹੈਗੇ ਆ। ਚੀਨ ਨੂੰ ਇਹ ਫਾਇਦਾ ਨਹੀਂਗਾ, ਚੀਨ ਦੇ ਆਸੇ ਪਾਸੇ ਇਹ ਗੱਲ ਹੈ ਨਹੀਂ ਤਾਂ, ਪਰ ਉਹਨੇ ਤਕਰੀਬਨ ਮਨਚੂਰੀਆ ਵਾਲਾ ਪਾਸਾ ਆਪਦੇ ਆਪ ਨੂੰ ਸੇਫ ਕਰ ਲਿਆ। ਉਹਦੇ ਪੂਰਬ ਦਾ ਜਿਹੜਾ ਉੱਤਰ ਵਾਲਾ ਪਾਸਾ ਹੈ, ਰੂਸ ਵਾਲੇ ਪਾਸੇ ਉਹਦੇ ਕੋਲੇ ਸਾਈਬੇਰੀਆ ਤੇ ਵਲਾਦੀਵਾਸਟੋਕ ਵਾਲੇ ਪਾਸੇ ਬਹੁਤ ਖੁੱਲੀ ਥਾਂ ਪਈ ਹੈ ਤਾਂ ਕਿਸੇ ਤਰੀਕੇ ਦਾ ਉਹਨੂੰ ਹਮਲੇ ਦਾ ਡਰ ਨਹੀਂ ਉਸ ਪਾਸੇ। ਹੁਣ ਸਿਰਫ ਉਹਨੂੰ ਖਤਰਾ ਹੈ ਜੇ ਤਾਂ ਉਹ ਭਾਰਤ ਵਾਲੇ ਪਾਸੇ ਜਿੱਧਰੋਂ ਘਿਰਦਾ ਜਾ ਰਿਹਾ ਹੈ, ਤੇ ਦੂਜਾ ਸਾਊਥ ਚਾਈਨਾ ਸੀ ਤੇ ਸਾਊਥ ਚਾਈਨਾ ਸੀ ਤੁਸੀਂ ਦੇਖੋ ਉਹ ਆਈਲੈਂਡਸ ਬਣਾ ਕੇ ਆਪਦਾ ਜਿਹੜਾ ਅਮਰੀਕਾ ਨੂੰ ਪਰਾਂ ਧੱਕਦਾ ਜਾ ਰਿਹਾ। ਤੇ ਇੱਕ ਹੋਰ ਗੱਲ ਆ ਸਰ ਕਿ ਵੀ ਪਿਛਲੇ 25-30 ਸਾਲਾਂ ਦੇ ਵਿੱਚ ਜਿਹੜੇ ਰੂਸ ਤੇ ਚੀਨ ਵਰਗੇ ਦੇਸ਼ ਆ, ਇਹਨਾਂ ਨੇ ਇਹ ਸਿੱਖ ਲਿਆ ਕਿ ਅਸੀਂ ਅਮਰੀਕਾ ਨਾਲ ਕਿਵੇਂ ਨਹੀਂ ਲੜਨਾ ਤੇ ਕਿਹੜੇ ਤਰੀਕੇ ਨਾਲ ਲੜਾਈ ਹੋਊਗੀ, ਕਿਉਂਕਿ ਇਹਨਾਂ ਦੇ ਖਰਚੇ ਡਿਫੈਂਸ ਸਪੈਂਡਿੰਗ ਜ਼ੋਨਜੀਆਂ ਨਹੀਂ ਗਈਆਂ ਤਾਂ ਇਹਨਾਂ ਨੇ ਉਸ ਤਰੀਕੇ ਦੀ ਵਾਰਫੇਅਰ ਨੂੰ ਡਿਵੈਲਪ ਕਰ ਲਿਆ ਤੇ ਤਾਂ ਕਿ ਵੀ ਅਸੀਂ ਜੇ ਅਮਰੀਕਾ ਦੇ ਉਸ ਚੈਲੰਜ ਨੂੰ ਕਿਵੇਂ ਨਜਿੱਠ ਸਕੀਏ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਕਿ ਉਹ ਆਰਟਿਕ ਓਸ਼ੀਅਨ ਦੇ ਵਿੱਚ ਵੀ ਜਾ ਰਿਹਾ ਹੈ ਤੇ ਹੋਰ ਪਾਸੇ ਵੀ ਆ ਬੈਲਟ ਰੋਡਸ ਵੀ ਬਣਾ ਰਿਹਾ ਤੇ ਕਰ ਰਿਹਾ, ਇਹ ਸਾਰਾ ਕੁਛ ਉਹ ਡੋਮੀਨੇਟ ਕਰਨ ਵਾਸਤੇ ਕਰ ਰਿਹਾ ਹੈ। ਤੇ ਉਹ ਜੇ ਨਾ ਰੋਕਿਆ ਗਿਆ ਤਾਂ ਇਹ ਚੀਨ ਜਿਹੜਾ ਹੈ ਇਹ ਸਾਰਾ ਆਸੇ ਪਾਸੇ ਦੇ ਵਿੱਚ ਚਾਹੇ ਭਾਰਤ ਦੇ ਉੱਤੇ ਵੀ ਥ੍ਰੈਟ ਬਹੁਤ ਵੱਡੀ ਬਣੂਗਾ ਤੇ ਤਾਇਵਾਨ ਦੇ ਉੱਤੇ ਵੀ ਥ੍ਰੈਟ ਬਹੁਤ ਵੱਡੀ ਬਣੂਗਾ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਜਿਹੜੀ ਇਹ ਬਾਰਡਰ ਰੋਡ ਵੀ ਬਣਾ ਰਿਹਾ, ਇਹ ਬ੍ਰੈਟਨ ਵੁਡਸ ਇੱਕ ਸੰਧੀ ਹੋਈ ਸੀ ਜਿਹਦੇ ਤੋਂ ਬਾਅਦ ਅਮਰੀਕਾ ਨੇ ਸਾਰੀਆਂ ਸਮੁੰਦਰੀ ਲੇਨ ਦੇ ਉੱਤੇ ਅਮਰੀਕਾ ਦਾ ਕਬਜ਼ਾ ਹੈਗਾ ਜਾਂ ਅਮਰੀਕਾ ਉਹਨੂੰ ਪ੍ਰੋਟੈਕਟ ਕਰਦਾ ਆਪਣੇ ਵਾਸਤੇ ਤਾਂ ਕਿ ਵੀ ਚੀਜ਼ ਆਪਣਾ ਟਰੇਡ ਤੇ ਆਪਣਾ ਸਾਰਾ ਕੁਛ ਚੱਲਦਾ ਰਹੇ। ਪਰ ਨਾਲ ਪ੍ਰੋਟੈਕਟ ਕਰਨ ਦੇ ਨਾਲ ਨਾਲ ਕਾਬਜ਼ ਵੀ ਆ ਉਹਦੇ ਤੇ ਚੀਨ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੀ ਥ੍ਰੈਟ ਸਮਝਦਾ। ਚੀਨ ਇਹ ਸਮਝਦਾ ਕਿ ਵੀ ਉਹਨੂੰ ਉਸ ਤੋਂ ਕਿਵੇਂ ਨਿਕਲਣਾ। ਤਾਂ ਉਹਨੇ ਇਹ ਹਿਸਟਰੀ ਦੇ ਵਿੱਚ, ਇਨਸਾਨੀ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਨੇ ਜੀਓ ਪੋਲਿਟਿਕਸ ਦੀਆਂ 2 ਜਾਂ 3 ਜਿਹੜੀਆਂ ਰਣਨੀਤੀਆਂ ਉਹ ਇਕੱਠੀਆਂ ਕਿਸੇ ਦੇਸ਼ ਨੇ ਲਾ ਦਿੱਤੀਆਂ। ਇੱਕ ਤਾਂ ਲੈਂਡ ਮਾਸ ਹਾਂਜੀ, ਇੱਕ ਤਾਂ ਲੈਂਡ ਮਾਸ ਨੂੰ ਡੋਮੀਨੇਟ ਕਰਨ ਦੀ, ਇੱਕ ਸੀ ਲੇਨਸ ਨੂੰ ਡੋਮੀਨੇਟ ਕਰਨ ਦੀ ਤੇ ਇੱਕ ਟ੍ਰੇਡ ਨੂੰ ਡੋਮੀਨੇਟ ਕਰਨ ਦੀ। ਇਹ ਤਿੰਨੇ ਉਹਨਾਂ ਨੇ ਇਕੱਠੀਆਂ ਨੀਤੀਆਂ ਲਾਈਆਂ ਗਈਆਂ। ਅੱਛਾ ਬਰਾੜ ਸਾਹਿਬ, ਤੁਸੀਂ ਡਿਫੈਂਸ ਐਨਾਲਿਸਟ ਵੀ ਹੋ ਨੇੜੇ, ਤੁਹਾਡੀ ਬਹੁਤ ਪਕੜ ਆ ਇਹਨਾਂ ਵਿਸ਼ਿਆਂ ਤੇ ਜਾਂ ਜੀਓ ਪੋਲਿਟਿਕਸ ਕਰਨੀ ਹੈ ਤਾਂ ਇਹ ਹੁਣ ਜੇ ਫੌਜੀ ਸ਼ਕਤੀ ਦੇਖੀ ਜਾਵੇ ਚੀਨ ਦੀ ਤੇ ਅਮਰੀਕਾ ਦੀ, ਉਸ ਨੂੰ ਜੇ ਅਸੀਂ ਕਰਦੇ ਹਾਂ ਆਪਸ ਵਿੱਚ ਉਹਨਾਂ ਦੀ ਦੇਖਦੇ ਹਾਂ ਖਾਕਾ ਬਾਹ ਕੇ, ਤਾਂ ਚੀਨ ਕਿਤੇ ਪਾਂਸਕ ਵੀ ਨਹੀਂ ਅਮਰੀਕਾ ਦੇ। ਪਰ ਫਿਰ ਇਹ ਤਰੱਕੀ ਜਿਹੜੀ ਕਰ ਰਿਹਾ, ਮਸਲ ਫਲੈਕਸ ਕਰ ਰਿਹਾ, ਫਿਰ ਉਹਦੇ ਲਈ ਫੌਜੀ ਤਾਕਤ ਚਾਹੀਦੀ ਹੈ ਤੇ ਫਿਰ ਉਧਰ ਵੀ ਲੱਗਿਆ ਹੈ ਜ਼ੋਰ ਨਾਲ ਬਹੁਤ ਹੀ ਵਧਾ ਰਿਹਾ। ਇਹ ਨਾ ਜੀ ਇੱਕ ਤੁਸੀਂ ਬਹੁਤ ਸੋਹਣਾ ਸਵਾਲ ਉਠਾਇਆ। ਇੱਕ ਹੁਣ ਪਿੱਛੇ ਜੇ ਇੱਕ ਇਹਦੇ ਉੱਤੇ ਕਿਤਾਬ ਆਈ ਆ, ਜਨਰਲ ਪੈਟਰੀਅਸ ਦਾ ਇੱਕ ਐਡਵਾਈਜ਼ਰ ਹੈਗੇ ਆ ਸੀਗੇ ਜਿਹੜੇ, ਉਹਨਾਂ ਨੇ ਡੇਵਿਡ ਲਿੰਕਲਨ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਡਰੈਗਨਸ ਐਂਡ ਦੀ ਸਨੇਕਸ, ਠੀਕ ਹੈ ਜੀ। ਤੇ ਉਹਦੇ ਵਿੱਚ ਉਹ ਜਿਹੜੀ ਉਹਨੇ ਪ੍ਰਿੰਸੀਪਲ ਦੱਸਿਆ ਕਿ ਚੀਨ ਕਿਵੇਂ ਚੱਲ ਰਿਹਾ। ਤੇ ਇਹ ਗੱਲ ਹੁਣ ਉਹਨੇ ਚੀਨ ਨੇ ਤੇ ਰੂਸ ਨੇ ਇੱਕ ਪੈਰਾਡਾਈਮ ਸ਼ਿਫਟ ਕਰਤਾ ਜੀ ਲੜਾਈ ਦਾ। ਤੇ ਜਿਹੜਾ ਕੁਛ ਜਿਹੜਾ ਅਮਰੀਕਾ ਦੀ ਜਿਹੜੀ ਸਟਰੈਂਥ ਸੀ, ਜਿਹੜੇ ਅਮਰੀਕਾ ਤਕਰੀਬਨ ਜੰਗੀ ਜਿਹੜਾ ਆਪਦਾ ਇੱਕ ਜੰਗੀ ਬੇੜਾ ਹੈ ਉਹ ਤਕਰੀਬਨ 10 ਤੋਂ 12 ਸਾਲ 15 ਸਾਲ ਲਾਉਂਦਾ ਸੀ, ਉਹ ਚੀਨ ਦੇ ਅੱਜ ਕਿਹਾ ਜਾਂਦਾ ਹੈ ਕਿ ਵੀ ਚੀਨ ਆਏ ਪ੍ਰੋਡਿਊਸ ਕਰ ਰਿਹਾ ਜਿਵੇਂ ਹੌਟ ਬੰਸ ਪ੍ਰੋਡਿਊਸ ਕਰਨੇ ਹੁੰਦੇ ਜਾਂ ਬਰਗਰਸ ਪ੍ਰੋਡਿਊਸ ਕਰਨੇ ਹੁੰਦੇ, ਠੀਕ ਹੈ। ਤੇ ਦੂਸਰਾ ਉਹਨਾਂ ਨੇ ਆਪਦੀ ਜਿਹੜੀ ਸਾਰੀ ਰਣਨੀਤੀ ਆ ਉਹ ਮਿਜ਼ਾਈਲ ਤੇ ਹੋਰ ਟੈਕਨੋਲੋਜੀਜ਼ ਤੇ ਲਾਤੀ ਹੈ ਜਿਹਦੇ ਨਾਲ ਉਹਨਾਂ ਨੂੰ ਹੱਥ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ। ਇਹ ਨਹੀਂ ਗੈਪ ਨਹੀਂਗਾ, ਗੈਪ ਹੈਗਾ ਹਲੇ ਵੀ, ਜਿਵੇਂ ਤੁਸੀਂ ਆਖਿਆ ਪਈ ਹਲੇ ਚੀਨ ਉਸ ਸਟੇਜ ਤੇ ਨਹੀਂ ਪਹੁੰਚਿਆ, ਪਰ ਚੀਨ ਉਹਨੂੰ ਬੜੀ ਫਾਸਟ ਕੈਚ ਕਰ ਰਿਹਾ। ਤੁਸੀਂ ਪਿੱਛੇ ਸੁਣਿਆ ਹੋਊਗਾ 5G ਦੇ ਉੱਤੇ ਕਿੰਨਾ ਰਿਹਾ ਪਿਆ ਜ਼ਿਕਰ ਪਿਆ, ਉਹ ਟੈਕਨੋਲੋਜੀ 'ਚ ਬਹੁਤ ਅੱਗੇ ਨਿਕਲ ਰਿਹਾ। ਤੇ ਜੇ 2, 4, 5 ਸਾਲ 'ਚ ਉਹ ਰੋਕਿਆ ਨਾ ਗਿਆ ਤਾਂ ਉਹ ਤਕਰੀਬਨ ਪੱਛਮ ਦੇ ਲੈਵਲ ਤੇ ਆ ਜਾਊਗਾ ਟੈਕਨੋਲੋਜੀ।
ਤਾਂ ਇਸ ਕਰਕੇ ਹੀ ਉਹਦਾ ਮਸਲ ਫਲੈਕਸ ਕਰ ਰਿਹਾ ਤੇ ਉਹ ਵੀ ਰੀਜ਼ਨਸ ਹੈਗੀਆਂ ਉਹਦੀਆਂ। ਤੇ ਇਹ ਇਸ ਟਾਈਮ ਜਿਹੜੇ ਰਾਜ ਹੁੰਦੇ ਆ ਨਾ ਜੀ, ਸਾਮਰਾਜ, ਉਹਨਾਂ ਦਾ ਇਹ ਨਹੀਂ ਹੁੰਦਾ ਕਿ ਉਹ ਇਕੱਲੇ ਤਾਕਤਵਰ ਨਹੀਂ ਹੁੰਦੇ, ਪਰ ਉਹਨਾਂ ਦੇ ਕੀ ਹੈ ਕਿ ਉਹਨਾਂ ਦੇ ਫਰੰਟਸ ਵੀ ਬਹੁਤ ਹੁੰਦੇ ਆ। ਰੋਮਨ ਸਾਮਰਾਜ ਬਹੁਤ ਤਾਕਤਵਰ ਸੀ, ਪਰ ਕਈ ਵਾਰੀ ਬੜੇ ਛੋਟੇ ਦੁਸ਼ਮਣਾਂ ਤੋਂ ਹਾਰ ਗਿਆ। ਮੁਗਲ ਸਾਮਰਾਜ ਬਹੁਤ ਤਾਕਤਵਰ ਸੀ, ਪਰ ਉਹਨੇ ਦੁਸ਼ਮਣ ਉਹਦੇ ਕਿੰਨੇ ਹੋ ਗਏ ਤੇ ਉਹ ਇੱਕ ਜਗ੍ਹਾ ਤੇ ਕਿੰਨਾ ਕੁ ਰਿਸੋਰਸ ਲਿਆ ਸਕਦਾ ਸੀਗਾ ਬਾਕੀ ਜਗ੍ਹਾ ਨੂੰ ਛੱਡ ਕੇ। ਇਸ ਤਰੀਕੇ ਨਾਲ ਅਮਰੀਕਾ ਜਿਹੜਾ ਹੈ ਉਹ ਵਰਲਡ ਦੇ ਵਿੱਚ ਬਹੁਤ ਜਗ੍ਹਾ ਤੇ ਉਹਨੇ ਆਪਦੇ ਆਪ ਨੂੰ ਸਪਰੈਡ ਕਰ ਰਿਹਾ ਹੈ, ਥਾਂ ਥਾਂ ਤੇ ਉਹਦੀ ਫੋਰਸਿਸ ਫੈਲੀਆਂ ਵੀ ਹੈ। ਤਾਂ ਉਹ ਕਿੰਨਾ ਕੁ ਸਪੇਅਰ ਕਰ ਸਕਦਾ ਚੀਨ ਵਾਸਤੇ, ਜਾਂ ਕਿੰਨਾ ਕੁ ਸਪੇਅਰ ਕਰ ਸਕਦਾ ਰਸ਼ੀਆ ਵਾਸਤੇ, ਕਿੰਨਾ ਕੁ ਸਪੇਅਰ ਕਰ ਸਕਦਾ ਇਰਾਕ ਵਰਗੇ ਜਿਹੜੇ ਉਹਨੂੰ ਅੱਖਾਂ ਦਿਖਾ ਰਹੇ ਆ, ਜਾਂ ਨਾਰਥ ਕੋਰੀਆ ਵਰਗੇ ਦਿਖਾ ਰਹੇ ਆ। ਤਾਂ ਇਹ ਲਿਮਿਟੇਸ਼ਨ ਇਸ ਟਾਈਮ ਅਮਰੀਕਾ ਦੀ ਬਣਦੀ ਜਾ ਰਹੀ ਆ। ਸੋ ਸਿੱਧਾ ਜਦੋਂ ਆਪਾਂ ਬੈਠ ਕੇ ਚਾਰਟ ਤੇ ਵੇਖਦੇ ਹਾਂ ਕਿ ਅਮਰੀਕਾ ਕੋਲੇ ਇੰਨਾ ਤੇ ਚੀਨ ਕੋਲੇ ਇੰਨਾ, ਤਾਂ ਉਹ ਜ਼ਰੂਰ ਕਮਜ਼ੋਰ ਨਜ਼ਰ ਆਊਗਾ, ਬਟ ਉਹਦੇ ਵਿੱਚੋਂ ਕਿੰਨਾ ਸਪੇਅਰ ਕਰਕੇ ਉਹ ਉਧਰ ਕਮਿਟ ਕਰ ਸਕਦਾ, ਇਹ ਬੜੀ ਮੁਸ਼ਕਿਲ ਗੱਲ ਹੁੰਦੀ ਹੈ। ਕਿਉਂਕਿ ਵੱਡੇ ਸਾਮਰਾਜ ਆਪਦੀ ਸੁਰੱਖਿਆ ਕਰਨ ਦੇ ਵਿੱਚ ਵੱਧ ਏਰੀਆਜ਼ ਤੇ ਜਾਂ ਜ਼ਿਆਦਾ ਫਰੰਟ ਖੋਲ ਬੈਠਦੇ ਆ ਤੇ ਉੱਥੇ ਕਮਿਟ ਹੋ ਜਾਂਦੇ ਆ। ਤਾਂ ਉਹ ਪ੍ਰਪੋਰਸ਼ਨ ਕਿੰਨੀ ਆ, ਉਹ ਜਦੋਂ ਕੱਢੀ ਜਾਊਗੀ ਤਾਂ ਉਹ ਜ਼ਰੂਰੀ ਨਹੀਂ ਉਹ ਚੀਨ ਉੱਥੇ ਕੋਈ ਜ਼ਿਆਦਾ ਕਮਜ਼ੋਰ ਪੈਂਦਾ ਹੋਵੇ ਸ਼ਾਇਦ। ਅੱਛਾ ਬਰਾੜ ਸਾਹਿਬ, ਦੋ ਸਵਾਲ ਆਖਰ ਚ ਕਰਨੇ ਨੇ। ਸ਼ੀ ਜਿਨਪਿੰਗ ਦਾ ਜਿਹੜਾ ਸਾਰੇ ਜਿਹੜੇ ਉਹਦੇ ਰੂਲ ਉਹਨੇ ਭੰਗ ਕਰਦੇ ਨੇ ਤੇ ਉਹਦਾ ਬਹੁਤ ਲੰਬੇ ਸਮੇਂ ਤੱਕ ਰਾਸ਼ਟਰਪਤੀ ਬਣਨਾ, ਉਹਦਾ ਜ਼ੋਰ ਉਹਦੇ ਤੇ ਚੜ ਜਾਣਾ, ਉਧਰੋਂ ਪੁਤਿਨ ਨੇ ਸਭ ਕੁਛ ਆਪਣੇ ਹੱਥੀਂ ਲੈ ਲਿਆ। ਜਿਨਪਿੰਗ ਨੂੰ ਜੇ ਤੁਸੀਂ ਇੱਕ ਲੀਡਰ ਤੌਰ ਤੇ ਦੇਖਦੇ ਹੋ ਤਾਂ ਉਹ ਕਿਹੋ ਜਿਹਾ ਲੀਡਰ ਆ, ਉਹਦੀ ਸੋਚ ਕੀ ਹੈ? ਇਹਨੂੰ ਜੀ ਆਪਣਾ ਤੁਸੀਂ ਇਹਨੂੰ ਪੱਛਮ ਦੇ ਮਾਪਦੰਡ ਤੇ ਨਾ ਵੇਖੋ, ਇਹਨੂੰ ਤੁਸੀਂ ਉਹਨਾਂ ਦੀਆਂ ਸਭਿਅਤਾਵਾਂ ਦੇ ਹਿਸਾਬ ਨਾਲ ਦੇਖੋ ਜੀ। ਉਹ ਲੋਕ ਚਾਹੁੰਦੇ ਆ ਕਿ ਅਸੀਂ ਸਿਕਿਉਰ ਰਹੀਏ ਤੇ ਸਾਡੀ ਇੱਕ ਤਰ੍ਹਾਂ ਦੀ ਉਹਨਾਂ ਦੀ ਡੀਲ ਹੈਗੀ ਹੈ ਕਿ ਵੀ ਮੈਂ ਤੁਹਾਨੂੰ ਇਕਨੋਮਿਕ ਪ੍ਰੋਗਰੈਸ ਦੇਵਾਂਗਾ, ਤੁਸੀਂ ਮੈਨੂੰ ਰਾਜ ਦਿਓਗੇ। ਜਿੰਨੀ ਦੇਰ ਉਹ ਡੀਲ ਚੱਲਦੀ ਹੈਗੀ ਹੈ, ਜਿੰਨੀ ਦੇਰ ਉਹ ਸੁਰੱਖਿਆ ਤੇ ਪੀਸ ਤੇ ਇਕਨੋਮਿਕ ਪ੍ਰੋਗਰੈਸ ਦਿੰਦੇ ਆ, ਆਮ ਚੀਨੀ ਵਾਸਤੇ ਇਕਨੋਮਿਕ ਪ੍ਰੋਗਰੈਸ ਤੇ ਜਿਹੜੀ ਪੀਸ ਹੈਗੀ ਆ ਜਾਂ ਸ਼ਾਂਤੀ ਆ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਹੈਗੀ ਆ। ਉਹਦੇ ਵਾਸਤੇ ਪੋਲੀਟੀਕਲ ਡੈਮੋਕ੍ਰੈਟਿਕ ਸਮਾਜ ਇੰਨਾ ਇੰਪੋਰਟੈਂਟ ਨਹੀਂ, ਉਹ ਆਜ਼ਾਦੀ ਇੰਨੀ ਇੰਪੋਰਟੈਂਟ ਨਹੀਂ ਜਿੰਨੀ ਕਿ ਉਹਨੂੰ ਉੱਥੇ ਕਿਸੇ ਦੀ ਗੁਲਾਮੀ ਨਾ ਹੋਵੇ, ਉਹ ਸ਼ਾਂਤੀ ਨਾਲ ਰਹਿ ਸਕੇ ਤੇ ਇੱਕ ਆਰਥਿਕਤਾ ਦੇ ਤੌਰ ਤੇ ਤਰੱਕੀ ਕਰ ਸਕੇ। ਤਾਂ ਉਨੀ ਦੇਰ ਉਹ ਸਾਰੇ ਉਹਦੇ ਨਾਲ ਹੈਗੇ ਆ। ਜਦੋਂ ਉਹ ਡੀਲ ਖਰਾਬ ਹੋਈ, ਜਦੋਂ ਕਿਤੇ ਉਹ ਇਹ ਕੰਮ ਨਾ ਲੀਡਰ ਪੂਰਾ ਕਰ ਸਕੇ, ਜਿਹਦੇ ਤੇ ਸਾਰਾ ਅਮਰੀਕਾ ਦਾ ਜ਼ੋਰ ਹੁਣ ਲੱਗਿਆ ਹੋਇਆ ਕਿ ਕਿਵੇਂ ਨਾ ਕਿਵੇਂ ਟ੍ਰੇਡ ਦੇ ਵਿੱਚ ਇਹਨੂੰ ਰੋਕ ਦਈਏ ਤੇ ਆਰਥਿਕਤਾ ਪੱਖੋਂ ਰੁਕ ਜੂਗਾ, ਤੇ ਉਹਦਾ ਪ੍ਰੈਸ਼ਰ ਇੰਟਰਨਲ ਸਮਾਜ ਤੇ ਪੈ ਕੇ ਉੱਥੇ ਰਜੀਮ ਚੇਂਜ ਹੋ ਜੇ। ਜਿੰਨੀ ਦੇਰ ਉਹ ਉਸ ਚੀਜ਼ ਨੂੰ ਕਵਰ ਕਰਦਾ ਜਾਂਦਾ ਹੈ ਤਾਂ ਸ਼ੀ ਨੂੰ ਜਾਂ ਰੂਸ ਦੇ ਵਿੱਚ, ਜਿਵੇਂ ਰੂਸ ਨੂੰ ਸਿਕਿਉਰਿਟੀ ਦੀ ਲੋੜ ਸਭ ਤੋਂ ਜ਼ਿਆਦਾ ਗਿਣੀ ਜਾਂਦੀ ਹੈ, ਤਾਂ ਪੁਤਿਨ ਨੂੰ ਕੋਈ ਉਹਦੇ ਵਿੱਚ ਖਤਰਾ ਨਹੀਂ ਹੈਗਾ ਤੇ ਉਹ ਆਪਦੇ ਸਮਾਜ ਦੇ ਵਿੱਚ ਉਹਨਾਂ ਦੇ ਸਮਾਜ ਦੇ ਹਿਸਾਬ ਨਾਲ ਉਹ ਠੀਕ ਲੀਡਰ ਹੈਗੇ ਆ ਜੀ। ਤੇ ਹੁਣ ਵੀ ਜਿਹੜੀ ਇਹ ਮੂਵਮੈਂਟ ਹੋ ਰਹੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਸ਼ੀ ਸ਼ਾਇਦ ਅਨਸਟੇਬਿਲਿਟੀ ਕਰਕੇ ਵੀ ਬਾਹਰ ਆਪਦਾ ਨੈਸ਼ਨਲਿਜ਼ਮ ਵੇਪ ਅਪ ਕਰਦਾ ਹੋ ਸਕਦਾ ਹੈ, ਕਿਉਂਕਿ ਆਪਣੇ ਕੋਲ ਖਬਰ ਨਹੀਂ ਆ ਰਹੀ ਚੀਨ ਚੋਂ ਅੰਦਰੋਂ ਕਿ ਕੀ ਹੋ ਰਿਹਾ। ਅੱਛਾ ਬਰਾੜ ਸਾਹਿਬ, ਅਖੀਰ ਦੇ ਵਿੱਚ ਜਿਹੜੀ ਤੁਹਾਡੀ ਕਿਤਾਬ ਦੀ ਵੀ ਮੈਂ ਅਖੀਰ 'ਚ ਗੱਲ ਕਰਨੀ ਆ ਪਹਿਲਾਂ, ਕਿਉਂਕਿ ਇਸ ਭਾਰਤੀ ਉਪ ਮਹਾਦੀਪ ਦੇ ਵਿੱਚ ਸਰਕਾਰੇ ਖਾਲਸਾ ਰਹੀ ਹੈ। ਜੇ ਅਸੀਂ ਉਹਨੂੰ ਦੇਖਦੇ ਹਾਂ ਦਰਿਆ ਜਮਨਾ ਤੋਂ ਲੈ ਕੇ ਤਾਂ ਜੇ ਆਪਾਂ ਨਾਰਥ ਵੈਸਟ ਫਰੰਟੀਅਰ ਤੱਕ, ਜਮਰੌਦ ਤੱਕ, ਉਸ ਵੈਲੀ ਤੱਕ ਰਾਜ ਰਿਹਾ, ਚਾਹੇ ਉਹ 50 ਸਾਲ ਹੀ ਰਿਹਾ, ਉਦੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਿੱਖਾਂ ਦਾ ਇਸ ਬਦਲਦੇ ਹਾਲਾਤਾਂ ਦੇ ਵਿੱਚ ਉਹਨਾਂ ਦਾ ਸੋਚਣਾ ਕੀ ਬਣਦਾ? ਕੁਛ ਨਹੀਂ ਪਤਾ ਜ਼ਿੰਦਗੀ ਕਿੱਧਰ ਨੂੰ ਚਲੇ ਜਾਣੀ ਹੈ। ਸਿੱਖ ਲੀਡਰਸ਼ਿਪ ਉਹ ਤਾਂ ਵੈਸੇ ਖਖੜੀਆਂ ਕਰੇਲੇ ਹੋਈ ਹੈ, ਜਿਹੜੇ ਵੀ ਸੋਚ ਸਕਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਸੋਚਣਾ ਚਾਹੀਦਾ? ਉਹਦੇ ਵਿੱਚ ਮੈਂ ਇਹ ਸਮਝਦਾ ਜੀ ਕਿ ਵੇਖੋ ਜਿਹੜਾ ਪਿੱਛੇ ਟੈਰੀਟੋਰੀਅਲ ਇੱਕ ਸੋਚ ਰਹੀ, ਉਹਦੇ ਵਿੱਚ ਤਾਂ ਕੋਈ ਵੀ ਕੌਮ ਚਾਹੂਗੀ ਕਿ ਸਾਡਾ ਟੈਰੀਟੋਰੀਅਲ ਹੋਵੇ, ਕੋਈ ਐਨਕਲੇਵ ਹੋਵੇ, ਕੋਈ ਜਿੱਥੇ ਅਸੀਂ ਹੋਮਲੈਂਡ ਕਹਿ ਸਕਦੇ ਹੋਈਏ, ਘਰ ਕਹਿ ਸਕਦੇ ਹੋਈਏ, ਪਰ ਉਹ ਇਸ ਟਾਈਮ ਹਾਲਾਤ ਹੈ ਨਹੀਂ ਜਾਂ ਸਮਰੱਥਾ ਹੈ ਨਹੀਂ। ਪਰ ਉਹਦੇ ਤੋਂ ਪਹਿਲਾਂ ਇੱਕ ਇਹ ਕੀਤਾ ਜਾ ਸਕਦਾ ਹੈ ਕਿ ਅੱਜ ਕੱਲ੍ਹ ਨੌਨ ਸਟੇਟ ਐਕਟਰਸ ਜਾਂ ਨੌਨ ਸਟੇਟ ਆਰਗੇਨਾਈਜੇਸ਼ਨਸ ਵੀ ਬਹੁਤ ਸਟਰੋਂਗ ਰਹੀਆਂ
ਹੋ ਰਹੀਆਂ ਤੇ ਉਹ ਤੁਹਾਨੂੰ ਜਿੱਥੇ ਜਿਵੇਂ ਡਾਇਸਪੋਰਾ ਆਲ ਓਵਰ ਦੀ ਵਰਲਡ ਸਪਰੈਡ ਹੋਇਆ ਹੋਇਆ ਸਿੱਖ ਡਾਇਸਪੋਰਾ ਮਤਲਬ ਅੱਡ ਥਾਵਾਂ ਤੇ ਆ ਬੜੇ ਦੇਸ਼ਾਂ 'ਚ ਤੇ ਹੋਰ ਵੀ ਸ਼ਾਇਦ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਹੋ ਰਹੀ ਹੈ ਉਹ ਹੋਰ ਵੀ ਸ਼ਾਇਦ ਫੈਲੇ ਤਾਂ ਇੱਕ ਜੋ ਸਿੱਖ ਇਮੀਡੀਏਟਲੀ ਕਰ ਸਕਦੇ ਆ ਜਾਂ ਕਰਨਾ ਚਾਹੀਦਾ ਉਹ ਆਪਦੀ ਨੌਨ ਸਟੇਟ ਆਰਗੇਨਾਈਜੇਸ਼ਨਸ ਨੂੰ ਜਾਂ ਕਿਸੇ ਨੂੰ ਸਟੇਟ ਐਕਟਰ ਨੂੰ ਸਟਰੋਂਗ ਕਰਨ ਜਿਵੇਂ SGPC ਆ ਉਹ SGPC ਨੂੰ ਹੀ ਵਾਸਟਰ ਐਂਬਿਟ 'ਚ ਲੈ ਕੇ ਕਿਤੇ ਗਲੋਬਲ ਲੈਵਲ ਤੇ ਇੱਕ ਨੈਟਵਰਕ ਬਣਾ ਕੇ ਉਸੇ ਨੂੰ ਸਟਰੋਂਗ ਕਰ ਲੈਣ ਉਹਦਾ ਵੀ ਬਹੁਤ ਸਟਰੈਂਥ ਲੀਵਰੇਜ ਕਰ ਸਕਦੇ ਆ ਜੋ ਮੈਂ ਇਮੀਡੀਏਟ ਮਤਲਬ ਫੀਲ ਕਰਦਾ ਕਿ ਜਿਹੜਾ ਤੁਹਾਡੇ ਵਿੱਚ ਤੁਹਾਨੂੰ ਇੱਕ ਵਾਰੀ ਇੱਕ ਲੋੜੀਂਦੀ ਸਟਰੈਂਥ ਦੇ ਦੂ ਤੇ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਡੂਏਬਲ ਆ ਜਾਂ ਅਚੀਵੇਬਲ ਏਮ ਹੈਗਾ ਜਿਹੜਾ ਅਨਦਰ 5-7 ਸਾਲਾਂ ਦੇ ਵਿੱਚ ਹੀ ਇਹਨਾਂ ਆਰਗੇਨਾਈਜੇਸ਼ਨ ਨੂੰ ਸੰਸਥਾਵਾਂ ਨੂੰ ਸਟਰੋਂਗ ਕਰੋ ਇਹਨਾਂ ਨੂੰ ਮੁਕਤ ਕਰੋ ਕਿਸੇ ਤਰੀਕੇ ਦੀ ਇੰਟਰਫੇਰੈਂਸ ਤੋਂ ਤੇ ਇੱਥੇ ਬਹੁਤ ਤੁਹਾਡੀ ਸਟਰੈਂਥ ਹਲੇ ਪਈ ਹੈ ਜਿਹੜੀ ਅਨਲੌਕ ਹੋ ਸਕਦੀ ਹੈ ਐਜ਼ ਅ ਕਮਿਊਨਿਟੀ ਮਤਲਬ ਇਹ ਨੈਕਸਟ 5-10 ਸਾਲਾਂ ਦਾ 5-7 ਸਾਲਾਂ ਦਾ ਸਿੱਖਾਂ ਦਾ ਟਾਰਗੇਟ ਹੋਣਾ ਚਾਹੀਦਾ ਹੈ ਉਹਦੇ ਨਾਲ ਤੁਹਾਡੇ ਤੇ ਜੇ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਜਾਂ ਡਿਵੈਲਪ ਕਰਨਾ ਚਾਹੁੰਦੇ ਆ ਆਪਦੇ ਕਿਸੇ ਪਿਛੜੇ ਵਰਗ ਨੂੰ ਉਹ ਸਾਰਾ ਕੰਮ ਤੁਸੀਂ ਕਰ ਸਕਦੇ ਹੋ ਇੱਕ ਤਰ੍ਹਾਂ ਮੋਰ ਔਰ ਲੈਸ ਸਟੇਟ ਜਿੰਨਾ ਹੀ ਉਹ ਪਾਵਰਫੁਲ ਅੱਜ ਕੱਲ੍ਹ ਫੈਕਟਰਸ ਹੋਏ ਵੇ ਆ ਜਿਹੜੇ ਨਾਨ ਸਟੇਟ ਆਰਗੇਨਾਈਜੇਸ਼ਨਸ ਹੈਗੀਆਂ ਅਖੀਰ ਦੇ ਵਿੱਚ ਜਦੋਂ ਅਬਦਾਲੀ ਦੀ ਪਾਲਕੀ ਨੂੰ ਝਟਕੇ ਲੱਗੇ ਜਿਹੜੀ ਅੰਗਰੇਜ਼ੀ ਦੀ ਕਿਤਾਬ ਭੈਣ ਜੀ ਦੇ ਨਾਲ ਰਲ ਕੇ ਤੁਸੀਂ ਦੋਨਾਂ ਨੇ ਲਿਖੀ ਹੈ ਉਹਦੇ ਵਿੱਚ ਮੈਂ ਹੈਰਾਨ ਹੋ ਗਿਆ ਦਾਦੇ ਤੇ ਪੋਤੇ ਦਾ ਸਵਾਲ ਚੱਲਦਾ ਹੈ ਨਵੀਂ ਪੀੜ੍ਹੀ ਨੂੰ ਸਮਝਣਾ ਬਹੁਤ ਸੌਖਾ ਹੈ ਉਸ ਕਿਤਾਬ ਦੇ ਬਾਰੇ ਦੱਸ ਕੇ ਜਾਓ ਜੀ ਅਖੀਰ 'ਚ ਉਹ ਜੀ ਜਿਸੇ ਜਿਹੜੀ ਕਿਤਾਬ ਆ ਉਹ ਅਸੀਂ ਮੈਂ ਤੇ ਮੇਰੀ ਸਿਸਟਰ ਨੇ ਤਕਰੀਬਨ ਉਹਨਾਂ ਲੋਕਾਂ ਵਾਸਤੇ ਲਿਖੀ ਸੀ ਜਿਹੜੇ ਨਰੇਟਿਵ ਜਿਹੜਾ ਬੱਚੇ ਇੰਗਲਿਸ਼ ਸਕੂਲਾਂ 'ਚ ਪੜ੍ਹ ਗਏ ਜਾਂ ਉਹਨਾਂ ਜਿਵੇਂ ਹੁਣ ਡਾਇਸਪੋਰਾ 'ਚ ਤੁਹਾਡੇ ਜਿਵੇਂ ਬੱਚੇ ਗਾਂ ਪੜ੍ਹ ਰਹੇ ਆ ਜਿਨ੍ਹਾਂ ਨੂੰ ਸਿੱਖੀ ਦੇ ਕਈ ਚੀਜ਼ਾਂ ਦਾ ਤਾਂ ਇਤਿਹਾਸ ਦਾ ਪਤਾ ਹੈ ਤੇ ਨਾਲੇ ਜਿਹੜਾ ਰੀਸੈਂਟ ਪਾਸਟ ਆ ਹੈ ਉਹਦਾ ਨਰੇਟਿਵ ਉਹ ਹੋਰ ਕਿਸੇ ਤੋਂ ਲੈ ਰਹੇ ਸੀਗੇ ਜਾਂ ਹੋਰ ਕਿਸੇ ਤੋਂ ਸਮਝ ਰਹੇ ਸੀ ਤਾਂ ਉਹ ਜਿਹੜੀ ਕਿਤਾਬ ਆ ਉਹਦੇ ਵਿੱਚ ਜਿਹੜਾ ਸਾਰਾ ਜ਼ੋਰ ਇਹ ਸੀਗਾ ਕਿ ਵੀ ਮਿਸਲ ਕਾਲ ਦੇ ਵਿੱਚ ਜੋ ਕਦਮ ਚੱਕੇ ਗਏ ਉਹਨਾਂ ਦਾ ਹੁਣ ਪ੍ਰੈਜ਼ੈਂਟ ਪਿਛਲਾ ਜਿਹੜਾ ਪਾਸਟ ਆਪਣਾ ਰਿਹਾ ਜਿਹਦੇ ਵਿੱਚ ਘੱਲੂਘਾਰੇ ਹੋਏ ਜਿੱਥੇ ਸਟਰਗਲ ਕੀਤੀ ਸਿੱਖਾਂ ਨੇ ਸੰਘਰਸ਼ ਲੜੇ ਉਹਦੇ ਨਾਲ ਉਹਦਾ ਕੋਰਿਲੇਸ਼ਨ ਜਾਂ ਐਨੋਲੋਜੀ ਡਰਾ ਕੀਤੀ ਹੈਗੀ ਆ ਮੇਨ ਜਿਹੜੀ ਗੱਲ ਉਹਦੇ ਵਿੱਚ ਰੱਖੀ ਗਈ ਆ ਉਹ ਹੈ ਕਿ ਵੀ ਸਿੱਖ ਜਿੰਨੀ ਦੇਰ ਗੁਰਬਾਣੀ ਨਾਲ ਜੁੜਿਆ ਰਹੇ ਗੁਰੂ ਦੀ ਟੀਚਿੰਗਸ ਨਾਲ ਜਾਂ ਗੁਰੂ ਦੀ ਲਾਈਫ ਨਾਲ ਜੁੜਿਆ ਰਹੂਗਾ ਤੇ ਉੱਥੋਂ ਸੇਧ ਲੈਂਦਾ ਰਹੂਗਾ ਉਨੀ ਦੇਰ ਉਹ ਨਿੱਜੀ ਜੀਵਨ 'ਚ ਉਹ ਰਾਜਨੀਤਿਕ ਜੀਵਨ 'ਚ ਸਮਾਜਿਕ ਜੀਵਨ 'ਚ ਐਜ਼ ਅ ਕੌਮ ਐਜ਼ ਅ ਪਰਸਨ ਕਾਮਯਾਬ ਰਹੂਗਾ ਜਦੋਂ ਉੱਥੋਂ ਆਪਾਂ ਡੈਵੀਏਟ ਹੋਵਾਂਗੇ ਚਾਹੇ ਆਪਣਾ ਲੀਡਰ ਦੇ ਤੌਰ ਤੇ ਚਾਹੇ ਆਪਾਂ ਸਮਾਜ ਦੇ ਤੌਰ ਤੇ ਚਾਹੇ ਆਪਾਂ ਨਿੱਜੀ ਲਾਈਫ ਦੇ ਤੌਰ ਤੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਆਪਾਂ ਉੱਥੋਂ ਆਪਾਂ ਆਪਦੇ ਕੰਮਾਂ ਦੇ ਵਿੱਚ ਆਪਦੇ ਟਾਰਗੇਟਸ ਨੂੰ ਅਚੀਵ ਨਹੀਂ ਕਰ ਸਕਾਂਗੇ ਟੀਚੇ ਨਹੀਂ ਅਚੀਵ ਕਰ ਸਕਾਂਗੇ ਤੇ ਕਿਤੇ ਗੁੰਮਰਾਹ ਹੋ ਜਾਵਾਂਗੇ ਉਹ ਵਾਰੀ ਬੁੱਕ ਇਸੇ ਗੱਲ ਤੇ ਆ ਤੇ ਉਹ ਉਦਾਹਰਨ ਦੇ ਕੇ ਦੱਸਦੀ ਆ ਕਿ ਵੀ ਕਿੱਥੇ ਅਸੀਂ ਜਦੋਂ ਅਸੀਂ ਗੁਰਬਾਣੀ ਦੇ ਮਤਲਬ ਗੁਰਮਤੇ ਦੇ ਅਨੁਸਾਰ ਚੱਲੇ ਤਾਂ ਅਸੀਂ ਕਾਮਯਾਬ ਰਹੇ ਤੇ ਜਿੱਥੇ ਅਸੀਂ ਗੁਰਮਤਾ ਤੋੜ ਕੇ ਮਨਮਤ ਕੀਤੀ ਉੱਥੇ ਅਸੀਂ ਕਿਵੇਂ ਨਾਕਾਮਯਾਬ ਰਹੇ ਤਾਂ ਉਹ ਇਹ ਹੈਗਾ ਦੂਜਾ ਕੁਛ ਰੈਸ਼ਨਲਾਈਜੇਸ਼ਨ ਕੀਤੀ ਹੈ ਕਿ ਜਿਹੜੇ ਉਸ ਸਮੇਂ ਦੇ ਸਰਕਾਰੀ ਅਕਾਊਂਟ ਸੀ ਉਹ ਵੀ ਨਾਲ ਦਿੱਤੇ ਆ ਤਾਂ ਕਿ ਅੱਜ ਤੁਸੀਂ ਸਮਝ ਸਕੋ ਜਦੋਂ ਤੁਸੀਂ ਪੜ੍ਹਦੇ ਹੋ ਅੱਜ ਦੇ ਇਵੈਂਟਸ ਪੜ੍ਹਦੇ ਹੋ ਤਾਂ ਵੀ ਤੁਹਾਨੂੰ ਬਿਲਕੁਲ ਸਮਝ ਆ ਜੂਗੀ ਕਿ ਵੀ ਕੀ ਹੋ ਰਿਹਾ ਹੋਊਗਾ ਉਸ ਵਿੱਚ ਤੇ ਇਹ ਕਿਤਾਬ ਅਵੇਲੇਬਲ ਕਿੱਥੇ ਹੈ ਜੀ ਐਮਾਜ਼ੋਨ ਤੇ ਵੀ ਹੈ ਨਹੀਂ ਜੀ ਹਲੇ ਤਾਂ ਨਹੀਂ ਜੀ ਪਹਿਲਾਂ ਅਸੀਂ ਕੁਛ ਬੁੱਕਸ ਪ੍ਰਿੰਟ ਕੀਤੀਆਂ ਸੀ ਉਹ ਤਕਰੀਬਨ ਨਿਕਲ ਗਈਆਂ ਹੁਣ ਸੈਕਿੰਡ ਐਡੀਸ਼ਨ ਬਸ ਖਤਮ ਹੋ ਜੇ ਕੋਵਿਡ ਦਾ ਇਸ਼ੂ ਜਾਂ ਤੇ ਉਸ ਤੋਂ ਬਾਅਦ ਆਊਗੀ ਤੇ ਉਹ ਫਿਰ ਐਮਾਜ਼ੋਨ ਤੇ ਵੀ ਅਵੇਲੇਬਲ ਕਰਾਂਗੇ ਹਰ ਜਗ੍ਹਾ ਅਵੇਲੇਬਲ ਕਰਾਂਗੇ ਜੀ ਬਹੁਤ ਇਹ ਮੈਂ ਉਹਦੀ ਰੂਪਰੇਖਾ ਵਾਲੇ ਪੜ੍ਹੀ ਆ ਮੈਂ ਕਿਤਾਬ ਤਾਂ ਪੜ੍ਹੀ ਨਹੀਂ ਪਰ ਮੈਂ ਜਿਵੇਂ ਮੈਨੂੰ ਸਾਖੀ ਸਾਡਾ ਸੱਭਿਆਚਾਰ ਸੀ ਜਿਹਦੇ ਤੋਂ ਸਾਨੂੰ ਬਹੁਤ ਦੂਰ ਕਰ ਦਿੱਤਾ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਵਾਲੀ ਗੱਲ ਜਿਹੜੀ ਸਾਨੂੰ ਪੀੜ੍ਹੀ ਦਰ ਪੀੜ੍ਹੀ ਚੀਜ਼ ਮਿਲੀ ਜਿਹਦੇ ਤੋਂ ਲਿਖਿਆ ਗਿਆ ਇਤਿਹਾਸ ਜਿਵੇਂ ਸਰ ਭੰਗੂ ਨੇ ਲਿਖਿਆ ਜਾਂ ਹੋਰਾਂ ਨੇ ਲਿਖਿਆ ਜਿਨ੍ਹਾਂ ਨੂੰ ਆਪਣੀ ਪੀੜ੍ਹੀ 'ਚੋਂ ਚੀਜ਼ ਮਿਲੀ ਮੇਰੇ ਖਿਆਲ ਬੜੀ ਉਹ ਅਸਲ ਜਿਹੜੀ ਖਾਲਸ ਸਾਡਾ ਇਤਿਹਾਸ ਸੀ ਪਰ ਉਹ ਸਾਖੀਆਂ ਤੋਂ ਸਾਨੂੰ ਪਤਾ ਕੀਤਾ ਗਿਆ ਮੈਨੂੰ ਇਉਂ ਲੱਗਦਾ ਜਿਵੇਂ ਦਾਦਾ ਪੋਤੇ ਨੂੰ ਸਾਖੀ ਸੁਣਾਉਂਦਾ ਹੁੰਦਾ ਇਹਦੇ 'ਚ ਤੇ
ਹਾਂਜੀ, ਧੰਨਵਾਦ। ਕੋਸ਼ਿਸ਼ ਇਹ ਕੀਤੀ ਹੈ ਕਿ ਵੀ ਜਿਹੜੀਆਂ ਚੀਜ਼ਾਂ ਤੋਂ, ਜਿਵੇਂ ਢਾਡੀ ਵਾਰਾਂ ਤੋਂ ਆਪਾਂ ਨੂੰ ਦੂਰ ਕਰਤਾ, ਆਪਾਂ ਨੂੰ ਬਾਤਾਂ ਤੋਂ, ਆਪਣੀਆਂ ਨਾਰਮਲ ਕਹਾਣੀਆਂ ਤੋਂ, ਜਿਵੇਂ ਮਤਲਬ ਮੈਂ ਆਪਦਾ ਜੋ ਵੀ ਕੁਛ ਸਮਝਿਆ, ਸਿੱਖੀ ਬਾਰੇ ਜਾਣਿਆ, ਤਾਂ ਉਹ ਕਿਤੇ ਨਾ ਕਿਤੇ ਮੈਂ ਆਪਦੀ ਦਾਦੀ ਤੋਂ ਜਾਂ ਸਾਡੇ ਮਾਮੀ ਜੀ ਸਾਨੂੰ ਕਹਾਣੀਆਂ ਬਹੁਤ ਸੁਣਾਉਂਦੇ ਹੁੰਦੇ ਸੀ, ਗੁਰੂਆਂ ਦੀਆਂ ਸਾਖੀਆਂ ਸੁਣਾਉਂਦੇ ਸੀ, ਉਹ ਉੱਥੋਂ ਸਿੱਖਿਆ ਸੀ। ਪਰ ਕਿਤੇ ਨਾ ਕਿਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਆਪਦੇ ਬੱਚਿਆਂ ਨੂੰ ਉਹ ਚੀਜ਼ ਨਹੀਂ ਦੇ ਪਾ ਰਹੇ, ਤੇ ਬਹੁਤ ਐਸੀਆਂ ਮਿਥਸ ਬਣ ਜਾਂਦੀਆਂ ਜਿਹੜੀਆਂ ਕਿ ਸਮਾਜ 'ਚ ਆਪਣੇ ਲੋਕਾਂ 'ਚ ਬਣ ਗਈਆਂ ਕਿ ਵੀ ਜਿਹੜੀਆਂ ਕਿ ਗੁਰੂ ਦੀ ਗੁਰਬਾਣੀ ਤੋਂ ਬਹੁਤ ਦੂਰ ਸੀ ਜਾਂ ਕੁਛ ਸੀ, ਜਿਵੇਂ ਜਿਹੜੀਆਂ ਕਿ ਉਹ ਅਸੀਂ ਤੋੜਨ ਦੀ ਕੋਸ਼ਿਸ਼ ਕੀਤੀ ਆ। ਤੇ ਅੱਗੇ ਆਪਾਂ ਨੂੰ ਕੀ ਕਰਨਾ ਚਾਹੀਦਾ, ਕਿਹੜੀਆਂ ਚੀਜ਼ਾਂ ਤੇ ਸਟ੍ਰੈਸ ਦੇਣਾ, ਇੱਕ ਹਲਕਾ ਜਿਹਾ ਇੱਕ ਡਾਇਲੋਗ ਸ਼ੁਰੂ ਕਰਨ ਦੀ ਕੀਤੀ ਹੈ, ਕਿਉਂਕਿ ਕੋਈ ਵੀ ਇਤਿਹਾਸਕਾਰ ਜਾਂ ਕੋਈ ਵੀ ਲਿਖਣ ਵਾਲਾ ਇੱਕ ਸੋਲਿਊਸ਼ਨ ਨਹੀਂ ਦੇ ਸਕਦਾ ਹੁੰਦਾ, ਪਰ ਕੌਮ ਦੇ ਵਿੱਚ ਇੱਕ ਚਰਚਾ ਸ਼ੁਰੂ ਕਰ ਸਕਦਾ ਹੁੰਦਾ। ਉਹ ਚਰਚਾ ਚੋਂ ਹੀ ਸੋਲਿਊਸ਼ਨ ਨਿਕਲਣਾ। ਸੋਲਿਊਸ਼ਨ ਹਮੇਸ਼ਾ ਹੀ ਜਿਹੜਾ ਹੱਲ ਨਿਕਲਣਾ ਉਹ ਸੰਗਤ ਨੇ ਹੀ ਕੱਢਣਾ। ਉਹ ਕੋਸ਼ਿਸ਼ ਇਹ ਕੀਤੀ ਹੈ ਕਿ ਵੀ ਕੁਛ ਸਵਾਲ ਉਠਾਏ ਜਾਣ ਤੇ ਕੁਛ ਉਹਨਾਂ ਤੇ ਆਪਾਂ ਉਸ ਪਾਸੇ ਨੂੰ ਤੁਰੀਏ, ਜਿਵੇਂ ਕਿ ਵੀ ਅਸੀਂ ਆਪਦੇ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਦਵਾਈਏ, ਉਹਨਾਂ ਦੀ ਸਿਹਤਾਂ ਵੱਲ ਧਿਆਨ ਦਈਏ, ਕੌਮ ਦੀ ਵੱਲ, ਤੇ ਉਹ ਨੈਚੁਰਲੀ ਉਹਦੇ ਨਾਲ ਹੌਲੀ ਹੌਲੀ ਛੋਟੀ ਜਿਹੜੀ ਘੱਟ ਗਿਣਤੀ ਕੌਮ ਨੂੰ ਇਹਨਾਂ ਚੀਜ਼ਾਂ ਦੇ ਵਿੱਚ, ਜਿਵੇਂ ਅਸੀਂ ਹਾਇਰ ਪਲੈਟਫਾਰਮਸ ਤੇ ਜਾਵਾਂਗੇ, ਐਜੂਕੇਸ਼ਨ ਦੇ, ਸਪੋਰਟਸ ਦੇ ਤੇ ਹੋਰ ਚੀਜ਼ਾਂ ਦੇ, ਜਿਵੇਂ ਹੁਣ ਲੰਗਰ ਦਾ ਇੰਸਟੀਟਿਊਸ਼ਨ ਨੇ ਆਪਾਂ ਨੂੰ ਕਿੰਨਾ ਗੁੱਡਵਿਲ ਦਿੱਤੀ ਆ, ਜਾਂ ਕਿੰਨਾ ਆਪਾਂ ਨੂੰ ਅੱਗੇ ਕੌਮ ਨੂੰ ਇਹਦਾ ਨਾਮਾ ਮਿਲਿਆ, ਜਾਂ ਕਹਿ ਲਓ ਜਾਂ ਦੁਨੀਆ 'ਚ ਰਿਕਗਨੀਸ਼ਨ ਮਿਲੀ ਆ, ਇਸ ਤਰੀਕੇ ਦੀ ਗੱਲਬਾਤ ਕੀਤੀ ਆ। ਤੇ ਇਹੀ ਹੈ ਜੀ ਬੇਸਿਕ। ਧੰਨਵਾਦ ਜੀ, ਬਹੁਤ ਬਹੁਤ ਬਰਾੜ ਸਾਹਿਬ। ਦੇਰ ਰਾਤ ਗਈ, 1 ਵਜੇ ਰਾਤ ਦਾ ਤੁਸੀਂ ਬੇਨਤੀ ਮੰਨੀ, ਤੇ ਬਹੁਤ ਮਾਣ ਇਸ ਗੱਲ ਦਾ ਹੈ ਕਿ ਸਾਡੇ ਕੋਲ ਗੂੜੀ ਸੋਚ ਵਾਲੇ ਜਿਹੜੇ ਹਰ ਪਾਸੇ ਨਿਗਾਹ ਰੱਖਦੇ ਨੇ, ਜਿਨ੍ਹਾਂ ਨੇ ਚਾਹੇ ਤੁਹਾਡਾ ਇਹ ਤੁਹਾਡੇ ਸ਼ੌਕ ਦੇ ਵਿੱਚ ਹੈ, ਤੁਹਾਡੀ ਆਪਣੇ ਵੱਲੋਂ ਇਹ ਦਸਵੰਧ ਹੈ, ਆਪਣੇ ਸਮੇਂ ਦੇ ਵਿੱਚੋਂ ਇਹ ਸਮਾਂ ਕੱਢ ਕੇ ਤੁਸੀਂ ਇਸ ਪਾਸੇ ਲਾਉਂਦੇ ਹੋ। ਅਜੇਪਾਲ ਸਿੰਘ ਫੇਸਬੁੱਕ ਹੈ ਸਰਦਾਰ ਜੀ ਉਹਨਾਂ ਦੀ, ਅਜੇਪਾਲ ਸਿੰਘ। ਉੱਥੇ ਤੁਸੀਂ ਉਹਨਾਂ ਨਾਲ ਜਿਹੜਾ ਉਹਨਾਂ ਦੇ ਲੇਖ ਨੇ ਸਾਰੇ ਮੈਂ ਸ਼ੇਅਰ ਵੀ ਕੀਤੇ ਨੇ ਆਪਣੇ ਵੀ। ਤੇ ਅਗਲੇ ਹਫ਼ਤੇ ਘੱਲੂਘਾਰੇ ਦੀ ਜਿਹੜੀ ਅਸੀਂ ਸ਼ੁਰੂ ਕਰਨੀ ਆ ਇੱਕ ਜਿਹੜੀ ਸੀਰੀਜ਼, ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਉਹਦੇ ਵਿੱਚ ਵੀ ਸਰਦਾਰ ਅਜੇਪਾਲ ਸਿੰਘ ਸ਼ਾਮਲ ਹੋਣਗੇ। ਹਰ ਪਾਸਿਓਂ ਉਸ ਨੂੰ ਅਸੀਂ ਪੜਚੋਲਣਾ ਹੈ, ਮਿਸਲ ਕਾਲ ਤੋਂ ਲੈ ਕੇ ਜਦ 84 ਤੱਕ ਲੈ ਕੇ ਆਵਾਂਗੇ। 84 ਤੋਂ ਬਾਅਦ ਦਾ ਸਮਾਂ ਉਹਨੂੰ ਇੱਕ ਵਧੀਆ ਤਰੀਕੇ ਨਾਲ ਕਸ਼ੀਦਣਾ ਤੇ ਅਸੀਂ ਖੜੇ ਕਿੱਥੇ। ਰਾਜ ਸਾਹਿਬ, ਫੇਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਅੱਛਾ ਲੱਗਿਆ ਜੀ ਗੱਲਬਾਤ ਕਰਕੇ, ਤੇ ਸਾਰੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਇਹ ਅਜੇਪਾਲ ਸਿੰਘ ਬਰਾੜ, ਜਿਨ੍ਹਾਂ ਦੀ ਫੇਸਬੁੱਕ ID ਅਜੇਪਾਲ AJYPAL ਸਿੰਘ ਹੈ। ਤੇ ਧੰਨਵਾਦ ਗੋਲਡੀ ਦਿਓਲ ਹੋਰਾਂ ਦਾ, ਜਿਨ੍ਹਾਂ ਨੇ ਬਾਈ ਜੀ ਨਾਲ ਸਾਂਝ ਪਵਾਈ। ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਬਾਰੇ ਗੱਲਾਂ ਬਾਤਾਂ ਤਾਂ ਕਰ ਰਹੇ ਸੀ ਪਿਛਲੇ 5-7 ਮਹੀਨਿਆਂ ਦੇ। ਇਹ ਹੁਣ ਦੇ ਸਾਡੇ ਇੰਟਲੈਕਟ ਜਿਹੜਾ ਉਹਦੇ ਵਿੱਚ ਮਨਧੀਰ ਸਿੰਘ ਹੋਣੀ, ਡਾਕਟਰ ਸੇਵਕ ਸਿੰਘ ਹੋਣੀ, ਪ੍ਰਿੰਸੀਪਲ ਕਮਲਜੀਤ ਸਿੰਘ ਹੋਣੀ, ਅਜਮੇਰ ਸਿੰਘ ਹੋਣੀ, ਇਹ ਇੱਕ ਵਰਗ ਹੈ ਜਿਹੜਾ ਇੱਕ ਪਾਸਾ ਨਹੀਂ ਬਈ ਨਹੀਂ ਇਹਦੇ ਵਿੱਚ ਚੱਕ ਲਓ ਤੇ ਖਿੱਚ ਲਓ ਤੇ ਹੁਣ ਬਸ ਧੂ ਹੀ ਲੈਣੀ ਹੈ, ਇਹ ਨਹੀਂ ਹੈ। ਅਸਲ ਕਹਾਣੀ ਕੀ ਹੈ, ਸਿੱਖਾਂ ਦਾ ਕਨਸੈਪਟ ਕੀ ਹੈ, ਸਿੱਖ ਦੂਜੇ ਸਮਾਜ ਨੂੰ ਲੈ ਕੇ ਨਾਲ ਕਿਵੇਂ ਚੱਲਦੇ ਆ, ਸਰਬੱਤ ਦਾ ਭਲਾ ਕੀ ਹੈ, ਤੇ ਸਾਡਾ ਉਹ ਰੰਗ ਜਿਹੜਾ ਭਗਤੀ ਤੋਂ ਸ਼ਕਤੀ ਪ੍ਰਗਟਦਾ, ਉਹ ਰੰਗ ਜਿਹੜਾ ਕੱਦ ਦਿਖਾਉਣਾ, ਭਗਤੀ ਉੱਤਮ ਕਿਵੇਂ ਹੈ, ਸਰਬੱਤ ਦਾ ਭਲੇ ਦਾ ਉੱਤਮ ਕਿਵੇਂ ਹੈ। ਅਗਲੇ 5 ਦਿਨਾਂ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਮੈਂ ਵੱਖ-ਵੱਖ ਮਾਹਿਰ ਲਿਆ ਕੇ ਗੱਲ ਕਰਨੀ ਆ ਵੀ ਘੱਲੂਘਾਰਾ ਜਿਹੜਾ 36 ਵਰ੍ਹੇ ਬੀਤ ਗਏ, ਸਿੱਖ ਕੌਮ ਖੜੀ ਕਿੱਥੇ ਆ। ਬਹੁਤ ਸਵਾਲ ਨੇ ਲੋਕਾਂ ਦੇ, ਉਹ ਹਥਿਆਰ ਜੀ ਸੰਤਾਂ ਦਾ ਤੇ ਉਹ ਕਾਂਗਰਸ ਨਾਲ ਉਹਨਾਂ ਦਾ ਜੋੜਨਾ ਜੀ, ਅਕਾਲ ਤਖਤ ਸਾਹਿਬ ਤੇ ਉਹ ਗਏ ਕਿਉਂ, ਲੜਾਈ ਉੱਥੋਂ ਕਿਉਂ ਲੜੀ। ਕੋਸ਼ਿਸ਼ ਕਰਾਂਗਾ ਉਹਨੂੰ ਕਸ਼ੀਦਣ ਦੀ, ਤੁਹਾਡੇ ਸਨਮੁਖ ਕਰਨ ਦੀ। ਰਾਜ ਸਾਹਿਬ ਉਹਨਾਂ ਦਾ ਧੰਨਵਾਦ ਫੇਰ ਦਿਲ ਦੀਆਂ ਗਹਿਰਾਈਆਂ ਤੋਂ। ਰਾਜ ਸਾਹਿਬ ਨੂੰ ਤੁਸੀਂ ਆਪਣੇ ਤੌਰ ਤੇ ਸਤਿਕਾਰ ਦਾ ਕੋਈ ਸੁਨੇਹਾ ਭੇਜ ਸਕਦੇ ਹੋ। ਅਜੇਪਾਲ ਸਿੰਘ ਉਹਨਾਂ ਦੀ ਫੇਸਬੁੱਕ ID ਹੈ, ਉੱਥੇ ਜਾ ਕੇ।